ਗੁਰਦਿਆਲ ਸਿੰਘ ਦਾ ਨਾਵਲ ਪਰਸਾ 18ਵਾਂ ਅੰਗ ਜਾਰੀ ਹੈ। ਰਾਤ ਨੂੰ ਸੋਤੇ ਹੋਏ ਘਰ ਮੁੜਿਆ ਤਾਂ ਟਿੰਡੀ ਜਾਗਦਾ ਸੀ। ਉਹਨੇ ਪਹਿਲਾਂ ਇਹੋ ਸੁਨੇਹਾ ਦਿੱਤਾ, ਬਾਬਾ ਠਾਣਿਓਂ 2 ਬੰਦੇ ਆਏ ਸੀ। ਸਿਪਾਹੀ ਸੀ? ਐਂ ਤਾਂ ਪਤਾ ਨਹੀਂ ਲੱਗਿਆ। ਦੋਹਾਂ ਨੇ ਦਾੜੀਆਂ ਚੜਾਈਆਂ ਵੀ ਸੀ, ਧੋਤੇ ਸਮਾਰੇ ਕੱਪੜੇ ਲੀੜੇ ਪਾਏ ਵੀ ਸੀ, ਹੱਥਾਂ 'ਚ ਪੁਲਿਸ ਵਾਲੇ ਡੰਡੇ ਸੀ ਬੈਂਤ ਦੇ, ਪਰ ਦੋਹਾਂ ਦੇ ਹੀ ਵਰਦੀ ਬੁਰਦੀ ਕੋਈ ਨਹੀਂ ਸੀ ਪਾਈ। ਮੂੰਹ ਲੱਗਿਆ ਐਂ ਜਾਣੀ ਇੱਕ ਦੀ ਡੱਬ 'ਚ ਪਿਸਤੌਲ ਟੰਗਿਆ ਹੋਇਆ ਸੀ। ਕੁਛ ਦੱਸਣ ਪੁੱਛਣ ਆਏ ਸੀ, ਕੁਛ ਨਹੀਂ ਦੱਸਿਆ। ਪਹਿਲਾਂ ਬਹਿ ਕੇ ਇੱਧਰਲੀਆਂ ਉੱਧਰਲੀਆਂ ਮਾਰਦੇ ਰਹੇ ਤੇ ਮਗਰੋਂ ਬਸੰਤੇ ਬਾਈ ਬਾਰੇ ਪੁੱਛਣ ਲੱਗ ਪਏ। ਫਿਰ ਐਂ ਕਹਿ ਕੇ ਮੁੜ ਗਏ ਵੀ ਤੜਕੇ ਆਪਦੇ ਬਾਬੇ ਨੂੰ ਥਾਣੇ ਜ਼ਰੂਰ ਭੇਜ ਦੀ। ਲਾ ਜ਼ਰੂਰ, ਦਿਨ ਚੜ੍ਹਦੇ ਤੋਂ ਪਹਿਲਾਂ ਆ ਜੇ। ਤੂੰ ਆਪ ਕੁਛ ਨਹੀਂ ਪੁੱਛਿਆ ਵੀ ਕੀ ਗੱਲ ਹੈ? ਮੈਂ ਕੀ ਪੁੱਛਦਾ, ਉਹ ਤਾਂ ਬੋਲਦੀ ਬਦਮਾਸ਼ਾਂ ਵਾਂਗੂ ਸੀ। ਮੈਨੂੰ 3 ਵਾਰੀ ਮੁੜ ਕੇ ਆਖਿਆ, ਲੈ ਜ਼ਰੂਰ ਭੇਜ ਦੀ, ਸਮਝਿਆ? ਨਹੀਂ ਤੇਰਾ ਕਾਂਡ ਡੋੜ ਬਣਾ ਦਿਆਂਗਾ ਮੈਂ। ਫਿਰ ਕੀ ਕਹਿੰਦਾ? ਚੰਗਾ ਤੂੰ ਹੁਣ ਆਰਾਮ ਨਾਲ ਸੌਂ ਜਾ ਕੇ। ਪਰਸੇ ਨੇ ਮੰਜਾ ਬਾਹਰ ਹੀ ਡਾਹ ਲਿਆ। ਲੇਟ ਕੇ ਅਸਮਾਨ ਵੱਲ ਝਾਕਦਿਆਂ ਸੋਚਣ ਲੱਗ ਪਿਆ ਵੀ ਇਹ ਠਾਣੇ ਉਹਨੂੰ ਕਾਹਦੇ ਲਈ ਸੱਦਿਆ। ਗੱਲ ਸਮਝ ਨਹੀਂ ਪਈ। ਫਿਰ ਮਨ ਨਾਲ ਫੈਸਲਾ ਕਰ ਲਿਆ ਕਿ ਨਹੀਂ ਜਾਏਗਾ, ਪਰ ਮਨ ਦੀ ਗੁੱਝੀ ਬੇਚੈਨੀ ਕਾਰਨ ਚੰਗੀ ਤਰ੍ਹਾਂ ਨੀਂਦ ਨਹੀਂ ਆਈ। ਫੱਗਣ ਦੇ ਆਖਰੀ ਦਿਨਾਂ 'ਚ ਹਵਾ ਤੇਜ਼ ਵਗਣ ਕਰਕੇ ਅਸਮਾਨ ਹੇਠੋਂ ਕੁਝ ਗਹਿਰਾ ਰਹਿਣ ਲੱਗ ਪਿਆ ਸੀ। ਰਾਤ ਵੀ ਹਨੇਰੀ ਸੀ, ਚਾਰੇ ਪਾਸੇ ਸੰਘਣੀ ਚੁੱਪ। ਨਾ ਕੋਈ ਪਾਣੀ ਲਾਉਣ ਵਾਲਾ ਨੇੜੇ ਬੋਲਦਾ ਸੁਣਦਾ ਸੀ, ਨਾ ਕਿਸੇ ਬਾਹਰਲੇ ਜਾਨਵਰ ਦੀ ਬਿੜਕ ਪੈਂਦੀ ਸੀ। ਕਦੇ ਕਦੇ ਗਿੱਦੜਾਂ ਦਾ ਉਹ ਹਾਂਕਣ ਸੰਘਣੀ ਚੁੱਪ ਨੂੰ ਤੋੜਦਾ ਤਾਂ ਮਨ ਕੁਝ ਅਸਥਿਰ ਹੋ ਜਾਂਦਾ। ਆਵਾਜ਼ ਕੋ ਵਾਟ ਦੂਰੋਂ ਥੇ ਵਾਲੀ ਝਿੜੀ 'ਚੋਂ ਆਉਣ ਕਰਕੇ ਹੋਰ ਵੀ ਉੱਪਰੀ ਤੇ ਕੁਛ ਅਗਨੀ ਲੱਗਦੀ। ਜਦੋਂ ਲੇਟਿਆ ਨਹੀਂ ਗਿਆ ਤਾਂ ਉੱਠ ਕੇ ਬਹਿ ਗਿਆ ਤੇ ਫਿਰ ਸੁਭਾਵਕ ਹੀ ਖਾਲ ਵੱਲ ਤੁਰ ਗਿਆ। ਉੱਥੋਂ ਖੇਤ ਦੇ ਪਰਲੇ ਸਿਰੇ ਜਾ ਪਹੁੰਚਿਆ। 15 ਦਿਨਾਂ ਤੋਂ ਸੂਏ ਦੀ ਬੰਦੀ ਹੋਣ ਕਰਕੇ ਖਾਲ ਸੁੱਕਾ ਸੀ। ਖਾਲ ਦੀ ਵੱਟ ਤੇ ਬਹਿ ਕੇ ਪੂਰਬ ਵਾਲੇ ਪਾਸੇ ਲਿਸ਼ਕਦੇ 2 ਤਾਰਿਆਂ ਵੱਲ ਝਾਕਣ ਲੱਗ ਪਿਆ। ਫਿਰ ਪਤਾ ਨਹੀਂ ਕੀ ਹੋਇਆ ਵੀ ਅੱਖਾਂ ਸਾਹਮਣੇ ਇਕੱਲੋਕਾਰ ਦ੍ਰਿਸ਼ ਸਾਕਾਰ ਹੁੰਦਾ ਦਿਸਿਆ। ਲੰਮੇ ਕੱਦ ਦੀ ਇੱਕ ਤੀਵੀਂ ਸੰਤਰੀ ਚੁੰਨੀ ਲਈ ਸਾਹਮਣੇ ਆ ਖੜੋਤੀ। ਉਹਦਾ ਚਿਹਰਾ ਮੋਹਰਾ ਤੇ ਅੱਖਾਂ ਬੀਰੋ ਵਰਗੀਆਂ ਸੀ, ਪਰ ਬੀਰੋ ਨਹੀਂ ਸੀ। ਮੁਖਤਿਆਰੋ ਨਾਲ ਵੀ ਉਹਦੀ ਸ਼ਕਲ ਨਹੀਂ ਸੀ ਮਿਲਦੀ। ਹੋਰ ਇਹ ਕੌਣ ਹੋ ਸਕਦੀ ਸੀ? ਤੂੰ ਕੌਣ ਹੈ ਭਾਈ? ਕਹਿੰਦੇ ਉੱਠ ਕੇ ਖੜਾ ਹੋ ਗਿਆ, ਪਰ ਉਹ ਚੁੱਪ ਕੀਤੀ ਉਵੇਂ ਖੜੋਤੀ ਰਹੀ। ਫਿਰ ਸਿਰ ਤਾਂ ਚੁੱਕਦਿਆਂ ਮੁਸਕਰਾ ਪਈ, ਪਰ ਉਦੋਂ ਹੀ ਉਹਨੇ ਘੁੰਡ ਕੱਢ ਲਿਆ। ਪਿੱਠ ਭੁਆ ਕੇ ਤੁਰਨ ਲੱਗੀ ਤਾਂ ਪਰਸਾ ਖਾਲ ਟੱਪ ਕੇ ਉਹਦੇ ਨੇੜੇ ਜਾਂਦਾ ਰਿਹਾ। ਰਤਾ ਹੋਰ ਉੱਚੀ ਆਵਾਜ਼ 'ਚ ਕਿਹਾ, ਮੈਂ ਤੈਨੂੰ ਪੁੱਛਿਆ ਤੂੰ ਕੌਣ ਹੈ? ਇਸ ਵੇਲੇ ਇੱਥੇ ਆਉਣ ਦਾ ਕੀ ਮਤਲਬ ਹੈ ਤੇਰਾ? ਔਰਤ ਫੇਰ ਵੀ ਨਹੀਂ ਬੋਲੀ, ਪਰ ਪਿਛਾਂ ਭੌਂ ਕੇ ਘੁੰਡ ਛੱਡ ਕੇ ਮੁਸਕਰਾਉਣ ਲੱਗ ਪਈ। ਹਨੇਰੀ ਰਾਤ 'ਚ ਵੀ ਉਹਦੇ ਨੈਣ ਨਕਸ਼ ਸਾਫ਼ ਦਿਸ ਰਹੇ ਸੀ। ਮੁਸਕਰਾਹਟ ਤੋਂ ਭੁਲੇਖਾ ਪਿਆ ਵੀ ਉਹ ਬੀਰੋ ਵਰਗੀ ਸੀ। ਜੇ ਹੁਣ ਆਈ ਆ ਤਾਂ ਘਰੇ ਚੱਲ। ਮੁੜ ਕਿੱਧਰ ਚੱਲੀ? ਉਹਨੇ ਐਤਕੀ ਉਹਦੇ ਬਹੁਤ ਨੇੜੇ ਜਾ ਕੇ ਕਿਹਾ, ਇੰਨੇ ਚਿਰ ਪਿੱਛੋਂ ਆਈ ਹੈ। ਪਰ ਉਦੋਂ ਹੀ ਔਰਤ ਭੁੰਜੇ ਬਹਿ ਕੇ ਵੈਣ ਪਾਉਣ ਲੱਗ ਪਈ। ਪਹਿਲਾਂ ਉਹ ਰਤਾ ਘਬਰਾ ਗਿਆ, ਪਰ ਫਿਰ ਦੰਦ ਕਰੀਚਦਿਆਂ ਕੜਕਿਆ, ਇੱਥੋਂ ਦਫੇ ਹੁੰਨੀ ਆ ਕਿ ਵੱਡਾ ਤੇਰਾ ਸਿਰ। ਆਖਰੀ ਸ਼ਬਦ ਬੋਲਦਿਆਂ ਉਹਨੇ ਉਹਨੂੰ ਖੰਭ ਵਾਂਗ ਉੱਡਦਿਆਂ ਵੇਖ ਕੇ ਪਹਿਲਾਂ ਕਣਕ ਦੇ ਉੱਤੋਂ ਦੀ ਟਾਹਲੀ ਵੱਲ ਦੇਖਿਆ, ਫਿਰ ਕੋਠੇ ਵੱਲ, ਪਰ ਜਦੋਂ ਮੁੜ ਭੌਂ ਕੇ ਉਸੇ ਪਾਸੇ ਤੱਕਿਆ ਜਿੱਥੇ ਉਹ ਪਹਿਲਾਂ ਖੜੀ ਸੀ, ਅਚਾਨਕ ਪਰਸੇ ਨੂੰ ਆਪਣੀ ਖੱਬੀ ਲੱਤ ਕੰਬਦੀ ਲੱਗੀ। ਅੱਖ ਝਮਕੇ ਬਿਨਾਂ ਉਹ 2 ਕੁਕਰਮਾਂ ਦੀ ਉਸ ਦੋਗੀ ਵੱਲ ਦੇਖਿਆ ਜਿੱਥੇ ਉਹ ਔਰਤ ਬੈਠੀ ਰਹੀ ਸੀ। ਫਿਰ ਹੌਲੀ ਹੌਲੀ 4 ਚੁਫੇਰੇ ਨਿਗਾਹ ਮਾਰਦਾ ਰਿਹਾ, ਪਰ ਉਹ ਕਿਧਰੇ ਨਹੀਂ ਦਿਸੀ। ਸਿਰ ਨਵਾ ਕੇ ਚੁੱਪ ਕੀਤਾ ਕੋਠੇ ਵੱਲ ਮੁੜ ਪਿਆ। ਫਿਰ ਜਦੋਂ ਮੰਜੇ ਤੇ ਲੇਟਿਆ ਸੁੰਨੀਆਂ ਅੱਖਾਂ ਨਾਲ ਅਸਮਾਨ ਵੱਲ ਤੱਕ ਰਿਹਾ ਸੀ ਤਾਂ ਪਤਾ ਨਹੀਂ ਕਦੋਂ ਨੀਂਦ ਆ ਗਈ। ਅਖੀਰ ਜਦੋਂ ਅੱਖ ਖੁੱਲੀ ਤਾਂ ਚਿੱਟਾ ਦਿਨ ਚੜ੍ਹ ਆਇਆ ਸੀ। ਟਿੰਡੀ ਪਸ਼ੂਆਂ ਨੂੰ ਕੱਖ ਪੱਠਾ ਪਾਉਂਦਾ ਫਿਰਦਾ ਸੀ ਤੇ ਉਹ ਰਾਮ ਕਰਦਾ ਉੱਠ ਕੇ ਝਿੜੀ ਵੱਲ ਤੁਰ ਗਿਆ। ਉਧਰੋਂ ਮੁੜਿਆ ਤਾਂ ਮੰਜੇ ਉੱਤੇ ਨੰਬਰਦਾਰ ਤੇ ਦਿਆਲ ਸਿੰਘ ਸਰਪੰਚ ਬੈਠੇ ਸੀ। ਉਹਨਾਂ ਨੂੰ ਦੇਖਦਿਆਂ ਹੀ ਉਹਦਾ ਮੱਥਾ ਠਣਕਿਆ। ਨੇੜੇ ਆ ਕੇ ਸਤਿ ਸ੍ਰੀ ਅਕਾਲ ਬੁਲਾ ਕੇ ਪੁੱਛਿਆ, ਆ ਕੀੜੀ ਦੇ ਘਰ ਇਕੱਠੇ 2 ਭਗਵਾਨ ਕਿਵੇਂ ਬੌੜ ਪਏ ਅੱਜ? ਪਰ ਉਹਨਾਂ ਦੋਹਾਂ ਨੇ ਸਤਿ ਸ੍ਰੀ ਅਕਾਲ ਦਾ ਉੱਤਰ ਵੀ ਮਲਵੀ ਜੀਭ ਨਾਲ ਦਿੱਤਾ। ਮਗਰੋਂ ਸਿਰ ਝੁਕਾ ਲਏ ਤੇ ਮੰਜੇ ਤੋਂ ਉੱਠ ਕੇ ਖੜੇ ਹੋ ਗਏ। ਕੀ ਗੱਲ ਸਰਪੰਚ ਸਾਹਿਬ, ਕੋਈ ਖਾਸ ਗੱਲ ਹੈ? ਰਾਤ ਪੁਲਿਸ ਵਾਲੇ ਆਏ ਸੀ, ਆਪਾਂ ਥਾਣੇ ਚੱਲਣਾ ਹੈ। ਉਹ ਤੁਹਾਨੂੰ ਵੀ ਕਹਿ ਕੇ ਗਏ? ਤੁਸੀਂ ਵੀ ਥਾਣੇ ਜਾਣਾ? ਹਾਂ ਅਸੀਂ ਵੀ ਜਾਣਾ, ਹੋਰ ਵੀ 2-4 ਬੰਦੇ ਨਾਲ ਲਿਜਾਣੇ ਪੈਣਗੇ। ਐਸੀ ਕੀ ਗੱਲ ਹੈ, ਕੁਛ ਦੱਸੋ ਤਾਂ ਸਹੀ। ਉਹਨਾਂ ਦੋਹਾਂ ਨੇ ਗੰਭੀਰ ਹੁੰਦਿਆਂ ਪਹਿਲਾਂ ਇੱਕ ਦੂਜੇ ਵੱਲ ਦੇਖਿਆ, ਫਿਰ ਸਰਪੰਚ ਹੀ ਬੋਲਿਆ, ਗੱਲ ਤਾਂ ਕੋਈ ਬਸੰਤੇ ਬਾਰੇ ਲੱਗਦੀ ਹੈ। ਪਿੰਡ ਦਾ ਤਾਂ ਕੋਈ ਐਸਾ ਮਾਮਲਾ ਹੈ ਨਹੀਂ, ਪਰ ਉਹ ਇੱਥੇ ਤਾਂ ਕੁਛ ਦੱਸ ਕੇ ਨਹੀਂ ਗਏ। ਸਾਨੂੰ ਜੋ ਕਹਿ ਗਏ ਸੀ। ਨੰਬਰਦਾਰ ਨੇ ਸੁਭਾਵਕ ਹੀ ਕਹਿਤਾ ਤੇ ਫਿਰ ਧੌਣ ਟੇਢੀ ਕਰਕੇ ਗਿੱਚੀ ਖੁਰਕਣ ਲੱਗ ਪਿਆ ਤਾਂ ਉਹਦੀ ਪੱਗ ਇੱਕ ਪਾਸੇ ਟੇਢੀ ਹੋ ਗਈ। ਉਹਦਾ ਬੋਲ ਸੁਣਦਿਆਂ ਹੀ ਪਰਸੇ ਦੀਆਂ ਅੱਖਾਂ ਦੇ ਤੌਰ ਬਦਲ ਗਏ। ਰੁੱਖੀ ਆਵਾਜ਼ 'ਚ ਬੋਲਿਆ, ਫਿਰ ਤੁਸੀਂ ਜਾਂਦੇ ਰਹੋ, ਮੈਂ ਉੱਥੇ ਜਾ ਕੇ ਕੀ ਕਰਨਾ?
ਨਹੀਂ ਐ ਨਹੀਂ ਸਰ ਨਾ, ਮਾਮਲਾ ਕੋਈ ਖਾਸ ਲੱਗਦਾ ਹੈ। ਸਰਪੰਚ ਨੇ ਉਹਨੂੰ ਇਸ਼ਾਰੇ ਨਾਲ ਸਮਝਾਉਣਾ ਚਾਹਿਆ ਤੇ ਬਾਂਹ ਫੜ ਕੇ ਟਾਲੀ ਵੱਲ ਜਾਂਦਿਆਂ ਬੋਲਿਆ, ਜ਼ਰੂਰ ਕੋਈ ਖਾਸ ਗੱਲ ਹੈ। ਕਹਿੰਦੇ 2 ਬੰਦੇ ਪੁਲਿਸ ਮੁਕਾਬਲੇ 'ਚ ਫੱਟੜ ਵੀ ਹੋਏ ਆ ਕੱਲ ਇੱਧਰ ਕਾਲਕਿਆਂ ਬੰਨੀ। ਪਰਸੇ ਦੇ ਸਿਰ ਨੂੰ ਜਿਵੇਂ ਝਟਕਾ ਲੱਗਿਆ। ਸੰਭਲਦਿਆਂ ਬੋਲਿਆ, ਜੇ ਇਹੋ ਜੀ ਗੱਲ ਹੈ ਤਾਂ ਫਿਰ ਮੈਂ ਉੱਥੇ ਕੀ ਕਰਨ ਜਾਣਾ? ਪੁਲਿਸ ਦੀ ਕਾਰਵਾਈ ਹੈ, ਜਿਵੇਂ ਜੀ ਕਰਦਾ ਕਰਦੇ ਫਿਰਨ। ਤੇ ਉਹਨਾਂ ਦੀ ਹੋਰ ਕੋਈ ਗੱਲ ਸੁਣੇ ਬਿਨਾਂ ਕੋਠੇ ਵੱਲ ਤੁਰ ਪਿਆ। ਪਰਸੇ ਦੇ ਸੁਭਾਅ ਤੋਂ ਚੰਗੀ ਤਰ੍ਹਾਂ ਜਾਣੂ ਸੀ, ਪਰ ਫਿਰ ਵੀ ਸਰਪੰਚ ਉਹਦੇ ਮਗਰ ਅੰਦਰ ਜਾਂਦਾ ਰਿਹਾ। ਕਿੰਨਾ ਚਿਰ ਉਹਦੀਆਂ ਮਿੰਨਤਾਂ ਵੀ ਕਰਦਾ ਰਿਹਾ, ਪਰ ਉਹ ਨਹੀਂ ਮੰਨਿਆ। ਜਦੋਂ ਇੱਕ ਜੀਪ ਤੇ ਟਰੱਕ ਪਿੰਡ ਅੰਦਰ ਆਏ ਤਾਂ ਦੀਵੇ ਬੱਤੀਆਂ ਦਾ ਵੇਲਾ ਹੋ ਗਿਆ ਸੀ। ਪੋਲੇ ਦੀ ਸਲਾਹ ਨਾਲ ਉਹ ਸਾਰੇ ਪਰਸੇ ਕੇ ਅੰਦਰਲੇ ਘਰ ਹੀ ਆ ਗਏ, ਖੇਤ ਨਹੀਂ ਗਏ। ਜਦੋਂ ਪੋਲੇ ਨੇ ਬਾਹਰਲੇ ਬੂਹੇ ਵੱਲ ਨਜ਼ਰ ਮਾਰੀ ਤਾਂ ਉਹਨੂੰ ਮੁੱਠੀ ਜੰਦਰਾ ਲੱਗਿਆ ਹੋਇਆ ਸੀ। ਉਹਨੇ 2-3 ਵਾਰ ਝਟਕੇ ਆਪੇ ਹੀ ਖੁੱਲ ਗਿਆ। ਨੰਬਰਦਾਰ ਦਾ ਘਰ ਨੇੜੇ ਹੋਣ ਕਰਕੇ ਉਹ ਲਾਲਟੈਨ 2 ਪੱਟੀਆਂ ਤੇ 3-4 ਦੌੜੇ ਸੀਰੀ ਦੇ ਤੋਂ ਚੁਕਾ ਕੇ ਲੈ ਆਇਆ। ਅਣਸੰਭਰੇ ਵਿਹੜੇ 'ਚ ਪੱਟੀਆਂ ਵਿਛਾ ਕੇ ਉਹ ਸਾਰੇ ਇੱਕ ਪਾਸੇ ਬਹਿ ਗਏ। ਪੋਲਾ 2 ਸਿਪਾਹੀਆਂ ਨੂੰ ਨਾਲ ਲੈ ਕੇ ਜਦੋਂ ਗਲੀ 'ਚ ਖੜੋਤੇ ਟਰੱਕ ਵੱਲ ਗਿਆ ਤਾਂ ਬੂਹਿਆਂ ਦੀਆਂ ਵਿਰਲਾਂ ਵਿੱਥਾਂ ਵਿੱਚੋਂ ਦੀ ਝਾਕਦੀਆਂ ਸਹਿਆਂ ਅੱਖਾਂ ਨੇ ਲਾਲਟੈਨ ਦੇ ਚਾਨਣੇ 'ਚ ਜੋ ਕੁਝ ਦੇਖਿਆ, ਉਸ ਨਾਲ ਅੱਖਾਂ ਦੇ ਨਾਲ ਦਿਲ ਵੀ ਦਹਿਲ ਗਏ। ਉਹ ਟਰੱਕ 'ਚੋਂ ਲਾਸ਼ ਲਾਹ ਕੇ ਅੰਦਰ ਲਿਜਾ ਰਹੇ ਸੀ। ਚਾਰੇ ਪਾਸੇ ਸੰਘਣੀ ਚੁੱਪ ਸੀ। ਕੋਠਿਆਂ ਉੱਤੇ ਡਾਏ ਟਾਵੇਂ ਮੰਜਿਆਂ ਤੋਂ ਉੱਠ ਲੋਕ ਪਰਸੇ ਕੇ ਵਿਹੜੇ ਵੱਲ ਝਾਕਦੇ ਰਹੇ, ਪਰ ਕਿਸੇ ਨੇ ਉਭਾਸਰ ਕੇ ਕੁਝ ਪੁੱਛਿਆ ਦੱਸਿਆ ਨਹੀਂ। ਪਲਾਤੇ ਚਾਨਣ ਤੇ ਸੁੰਨੇ ਘਰ 'ਚ ਚੁੱਪ ਚੁਪੀਤੇ ਫਿਰਦੇ ਬੰਦੇ ਤੇ ਗਲੀ 'ਚ ਖੜੋਤੀ ਜੀਪ ਤੇ ਟਰੱਕ ਕਾਰਨ ਸਾਰੇ ਪਿੰਡ ਉੱਤੇ ਅਜਿਹਾ ਸਹਿਮ ਛਾ ਗਿਆ, ਲੱਗਦਾ ਸੀ ਵੀ ਸਭ ਦੀਆਂ ਜੀਭਾਂ ਹੀ ਠਾਕੀਆਂ ਗਈਆਂ। ਤੇ ਇਸੇ ਸੰਘਣੀ ਸਹਿਮੀ ਕੁਲਹਿਣੀ ਰਾਤ ਦੇ ਸੁੰਨੇ ਘਰ 'ਚ ਲਾਲਟੈਨ ਜਗਦੀ ਰਹੀ ਤੇ ਰਾਤ ਬੀਤ ਗਈ। ਸਵੇਰੇ ਕਿਸੇ ਨੇ ਵੀ ਚੁੱਲ੍ਹੇ ਅੱਗ ਨਹੀਂ ਬਾਲੀ। ਜਿਹੜੇ ਪਰਸੇ ਤੇ ਪਰਸੇ ਦੇ ਲਾਣੇ ਨੂੰ ਹਮੇਸ਼ਾ ਮੰਦਾ ਚੰਗਾ ਬੋਲਦੇ ਰਹੇ ਸੀ, ਉਹਨਾਂ ਦੇ ਘਰੀ ਵੀ ਰਾਤ ਦੇ ਭੁੱਬਲ 'ਚ ਦੱਬੇ ਧੁੱਖ ਦੇ ਗੋਹੇ ਉਵੇਂ ਪਏ ਰਹੇ। ਸਾਰੇ ਪਿੰਡ 'ਚ ਚਰਚਾ ਛਿੜੀ ਹੋਈ ਸੀ ਵੀ ਐਡੀ ਕਹਿਰ ਦੀ ਮੌਤ ਵੇਲੇ ਵੀ ਪਰਸੇ ਨੇ ਆਪਣੀ ਅੜੀ ਨਹੀਂ ਛੱਡੀ। ਪੋਲਾ ਉਸੇ ਟਰੱਕ 'ਚ ਲਾਸ਼ ਖੇਤ ਲੈ ਕੇ ਗਿਆ ਸੀ। ਉੱਥੇ ਹੀ ਬਸੰਤੇ ਨੂੰ ਨੁਆਇਆ ਤੇ ਖੇਤ ਦੇ ਚੜ੍ਹਦੇ ਪਾਸੇ 5 ਮਰਲੇ ਕਣਕ ਵੱਢ ਕੇ ਥਾਂ ਪੱਧਰੀ ਕਰਕੇ ਸੰਸਕਾਰ ਕੀਤਾ ਸੀ। ਪਰਸੇ ਨੇ ਹੁਣ ਵੀ ਕਿਸੇ ਨੂੰ ਰੋਣ ਨਹੀਂ ਸੀ ਦਿੱਤਾ। ਸਰੀਕੇ ਦੀਆਂ ਤੀਵੀਆਂ ਉਰੇ ਪਹੀ ਤੇ ਹੀ ਬੈਠੀਆਂ ਰਹੀਆਂ, ਪਰ ਕਿਸੇ ਨੇ ਵੈਣ ਨਹੀਂ ਪਾਇਆ। ਕੁਝ ਬੁੱਢੀਆਂ ਦੱਬਵੀਂ ਆਵਾਜ਼ 'ਚ ਡੁਸਕਦੀਆਂ ਇਸ ਸੁੰਨੇ ਘਰ ਦੀਆਂ ਗੱਲਾਂ ਕਰਦੀਆਂ ਰਹੀਆਂ। ਕਈ ਬੁੜਬੁੜ ਵੀ ਕਰਦੀਆਂ ਰਹੀਆਂ, ਪਰ ਉੱਚੀ ਆਵਾਜ਼ ਕਿਸੇ ਨੇ ਨਹੀਂ ਕੱਢੀ। ਹਾਏ ਹਾਏ ਕੁੜੇ, ਬੰਦਾ ਹੈ ਕਿ ਕੀ ਹੈ? ਗੱਭਰੂ ਸੀ, ਕਹਿਰ ਦੀ ਮੌਤ ਹੈ, ਪਰ ਇਹਨੇ ਕੁੱਤੇ ਬਿੱਲੇ ਜਿੰਨਾ ਮਹਿਸੂਸ ਨਹੀਂ ਕਰਨ ਦਿੱਤਾ। ਕੋਈ ਜੱਗ ਤੋਂ ਡਰੂ, ਕੋਈ ਰੱਬ ਤੋਂ। ਇਹਨੂੰ ਕਾਸੇ ਦਾ ਖਿਆਲ ਨਹੀਂ। ਪਤਾ ਨਹੀਂ ਕਿਸ ਮਿੱਟੀ ਦੇ ਬਣੇ ਆ। ਔਰਤਾਂ ਬਹੁਤ ਕੁਝ ਬੋਲਦੀਆਂ ਰਹੀਆਂ, ਪਰ ਖੇਤ ਵਾਲੇ ਕੋਠੇ ਤਾਈਂ ਕਿਸੇ ਦੀ ਆਵਾਜ਼ ਨਹੀਂ ਸੀ ਪਹੁੰਚ ਸਕੀ। ਫਿਰ ਉਹ ਦਿਨ ਤੇ ਰਾਤ ਤੇ ਅਗਲਾ ਦਿਨ ਵੀ ਐਵੇਂ ਬੀਤ ਗਿਆ। ਘਰੋਂ ਘਰੀ ਗੱਲਾਂ ਹੁੰਦੀਆਂ ਰਹੀਆਂ, ਬਣਦੀਆਂ ਰਹੀਆਂ, ਤੇ ਤੀਜੇ ਦਿਨ ਤਾਂ ਇਹ ਚਰਚਾ ਵੀ ਛਿੜੀ ਵੀ ਪਰਸੇ ਨੇ ਬਸੰਤੇ ਦੇ ਫੁੱਲ ਵੀ ਨਹੀਂ ਸੀ ਚੁਗਣ ਦਿੱਤੇ। ਸਾਰੀ ਰਾਖ ਇਕੱਠੀ ਕਰਕੇ ਸੂਏ 'ਚ ਹੀ ਪਰਵਾਹ ਆਇਆ ਸੀ, ਕੋਈ ਰਸਮ ਨਹੀਂ ਸੀ ਕੀਤੀ। ਚੌਥੇ ਦਿਨ ਸੁਣਿਆ ਵੀ ਆਪਣੇ ਸਰੀਕੇ ਤੋਂ ਵੇਰ ਕੇ ਪਰਸੇ ਨੇ ਅਖੰਡ ਪਾਠ ਰਖਾ ਲਿਆ ਸੀ। ਅਜੇ ਬਸੰਤੇ ਦੇ ਸੰਸਕਾਰ ਨੂੰ 7 ਦਿਨ ਹੋਏ ਸੀ। ਉਹਨੇ ਪਾਠ ਦਾ ਭੋਗ ਵੀ ਪਵਾਤਾ। ਕਿਸੇ ਰਿਸ਼ਤੇਦਾਰ ਨੂੰ ਖਬਰ ਨਹੀਂ ਸੀ ਕੀਤੀ, ਕੋਈ ਸੁਨੇਹਾ ਨਹੀਂ ਸੀ ਭੇਜਿਆ। ਜਿੱਥੇ ਕਿਸੇ ਨੂੰ ਖਬਰ ਪਹੁੰਚ ਗਈ ਉਹ ਆ ਗਿਆ, ਜਿਹਨੂੰ ਪਤਾ ਨਹੀਂ ਲੱਗਿਆ ਨਹੀਂ ਆਇਆ, ਪਰ ਉਹਨੂੰ ਕਿਸੇ ਆਏ ਗਏ 'ਚ ਕੋਈ ਦਿਲਚਸਪੀ ਨਹੀਂ ਸੀ। ਉਹਦੀ ਬੇਪਰਵਾਹੀ ਪਹਿਲਾਂ ਨਾਲੋਂ ਵੀ ਵੱਧ ਗਈ ਸੀ। ਹੁਣ ਪਿੰਡ 'ਚ ਬਹੁਤੇ ਲੋਕ ਇਹੋ ਸ਼ੱਕ ਕਰਦੇ ਵੀ ਇਸ ਸੱਟ ਨਾਲ ਉਹਦਾ ਦਿਮਾਗ ਟਿਕਾਣੇ ਨਹੀਂ ਸੀ ਰਿਹਾ। ਇਸੇ ਕਰਕੇ ਉਹ ਕੋਈ ਕੰਮ ਧੰਦਾ ਨਹੀਂ ਸੀ ਕਰਦਾ। ਸਾਰਾ ਦਿਨ ਬਸੰਤੇ ਦੀ ਸਮਾਧੀ ਬਣਾਉਣ ਦੀਆਂ ਹੀ ਵਿਉਂਤਾਂ ਸੋਚਦਾ ਰਹਿੰਦਾ। ਇੱਕ ਦਿਨ ਤੁੱਲੀ ਕਾਰੀਗਰ ਨੂੰ ਸੱਦ ਕੇ ਪੁੱਛਣ ਲੱਗ ਪਿਆ, ਤੇਰੇ ਕਿਆਸ 'ਚ ਰਾਜ ਕਿਹੜਾ ਚੰਗਾ ਜਿਹੜਾ ਇਹ ਕੰਮ ਕਰ ਸਕੇ? ਤੁੱਲੀ ਕੁਝ ਸੋਚ ਕੇ ਬੋਲਿਆ, ਆਪਣੇ ਨੇੜੇ ਤੇੜੇ ਤਾਂ ਕੋਈ ਨਹੀਂ। ਉਧਰ ਮੁੱਗੀ ਕੰਨੀ ਇੱਕ ਕਾਰੀਗਰ ਹੈ, ਸਮਾਲਸਰ ਦਾ, ਹਜੂਰਾ। ਉਹਦੇ ਨਾਲ ਦਾ ਕਾਰੀਗਰ ਹਿੰਦੁਸਤਾਨ 'ਚ ਕੋਈ ਨਹੀਂ ਹੋ ਸਕਦਾ। ਐਨ ਸਮਰ ਤੱਕ ਕਲਾ ਬਣਾ ਦਿੰਦਾ। ਉਹ ਆਜੂ ਇੱਥੋਂ ਤਾਈਂ। ਆਊ ਕਿਵੇਂ ਨਹੀਂ, ਮੇਰਾ ਤਾਂ ਪੱਗ ਵੱਟ ਭਰਾ ਹੈ। ਫਿਰ ਆਪੇ ਹੀ ਕੁਝ ਸੋਚ ਕੇ ਬੋਲਿਆ, ਪਰ ਉਹ ਹਰਦੁਆਰ ਕੰਨੀ ਬਹੁਤਾ ਰਹਿੰਦਾ, ਪਤਾ ਨਹੀਂ ਘਰ ਇੱਥੇ ਆਵੇ ਕਿ ਨਾ। ਪਰਸੇ ਨੇ ਜੇਬ 'ਚੋਂ 10 ਦੇ ਕਈ ਨੋਟ ਕੱਢ ਕੇ ਤੁੱਲੀ ਨੂੰ ਫੜਾਉਂਦਿਆਂ ਕਿਹਾ, ਤੂੰ ਫਿਰ ਅੱਜੇ ਜਾ, ਜਿੱਥੋਂ ਥਿਆਵੇ ਭਾਲ ਕੇ ਲਿਆਈ। ਦਿਹਾੜੀਆਂ ਦਾ ਹਿਸਾਬ ਨਾ ਸੋਚੀ, ਜੋ ਮੰਗੂ ਸੋ ਦਿਆਂਗੇ। ਨੋਟ ਫੜਦਿਆਂ ਤੁੱਲੀ ਬੋਲਿਆ, ਪਰ ਉਹ ਮਹੀਨਾ ਤਾਂ ਵਿਉਂਤ ਬਣਾਉਣ ਤੇ ਹੀ ਲਾਊ, ਫਿਰ ਸਮਾਨ ਇਕੱਠਾ ਕਰੂ, ਉਦੋਂ ਮਗਰੋਂ ਆਰਾਮ ਨਾਲ ਕੰਮ ਕਰੂ। ਆਪ ਮਤਾ ਬੰਦਾ ਹੈ, ਪਰ ਜੀ ਲਾ ਕੇ ਬਣਾ ਦੇ ਤਾਂ 100 ਕੋਹ ਤੋਂ ਦੁਨੀਆ ਦੇਖਣ ਆਇਆ ਕਰੂ ਵੀ ਕੋਈ ਕਲਾ ਬਣੀ ਹੈ।
ਬਸ ਇੱਕ ਜਾਨ ਨਹੀਂ ਪਾ ਸਕਦਾ, ਹੋਰ ਕੋਈ ਕਸਰ ਨਹੀਂ ਰਹਿਣ ਦਿੰਦਾ। ਸਭ ਠੀਕ ਹੈ, ਹੁਣ ਤੂੰ ਚੁੱਪ ਕਰਕੇ ਜਾਂਦਾ ਰਹਿ, ਬਾਲੀਆਂ ਗੱਲਾਂ ਨਾ ਕਰ। ਸਤਵਚਨ ਉਹ ਉੱਠ ਕੇ ਕੱਪੜੇ ਝਾੜਦਿਆਂ ਬੋਲਿਆ, ਅੱਜ ਤੱਕ ਵੇਲਾ ਹੋ ਗਿਆ, ਮੈਂ ਕੱਲ ਨੂੰ ਮੂੰਹ ਨੇਰੇ ਹੀ ਜਾਂਦਾ ਰਹੂੰ, ਜਿੰਨੀ ਛੇਤੀ ਹੋ ਸਕਿਆ ਮੁੜੂ। ਅਗਲੇ ਦਿਨ ਤੁੱਲੀ ਤੁਰਤਾ ਗਿਆ, ਪਰ ਆਪਣੇ ਲਾਪਰਵਾਹ ਸੁਭਾਅ ਕਾਰਨ 3-4 ਦਿਨ ਨਹੀਂ ਮੁੜਿਆ। ਕੰਮਾਂ ਵਾਲੇ ਉਹਦੇ ਘਰ ਨੂੰ ਲੱਗਿਆ ਜਾਂਦਾ ਦੇਖ ਦੇਖ ਮੁੜਦੇ ਹਾਲ ਕਰਦੇ ਰਹੇ, ਪਰ ਕੋਈ ਕਹੇ ਕੀ। ਸਭ ਜਾਣਦੇ ਸੀ ਵੀ ਉਹ ਬੇਗਰਜ਼ ਬੰਦਾ ਸੀ, ਇਸੇ ਕਰਕੇ ਉਹਦੇ ਮੂੰਹ ਤੇ ਕੋਈ ਪੁੱਠਾ ਨਹੀਂ ਸੀ ਬੋਲਦਾ। ਜਿਹੜਾ ਆਕੜ ਪੈਂਦਾ ਉਹਨੂੰ ਮੁੜ ਕੇ ਥੜੇ ਨਹੀਂ ਸੀ ਚੜਨ ਦਿੰਦਾ। ਚੌਥੇ ਦਿਨ ਆਥਣੇ ਜਦੋਂ ਮੁੜਿਆ ਤਾਂ ਹਜੂਰਾ ਵੀ ਉਹਦੇ ਨਾਲ ਸੀ। ਦੂਰੋਂ ਉਹਦੀ ਸ਼ਕਲ ਸੂਰਤ ਦੇਖ ਕੇ ਪਰਸੇ ਨੂੰ ਲੱਗਿਆ ਬੰਦਾ ਜ਼ਰੂਰ ਗੁਣੀ ਹੋਣਾ। ਦਰਮਿਆਨਾ ਕੱਦ ਕਾਠ, ਚੌੜਾ ਮੱਥਾ, ਨਰੋਈ ਦੇ, ਅੱਧ ਬੱਗੀ ਸੰਘਣੀ ਦਾੜੀ, ਚਮਕੀਲੀਆਂ ਅੱਖਾਂ, ਚਿੱਟੇ ਸਾਫ਼ ਕੱਪੜੇ, ਬਿਨਾਂ ਟੋਰੇ ਤੋਂ ਵੱਡੀ ਸਾਰੀ ਸਾਦਾ ਰੰਗੀ ਪੱਗ ਤੇ ਖੱਲ ਧੌੜੀ ਦੀ ਘੋਨੀ ਜੁੱਤੀ। ਕੋਈ ਪਹੁੰਚਿਆ ਸਾਧੂ ਸੰਤੀ ਲੱਗਦਾ ਸੀ। ਗੁਰੂ ਫਤਿਹ ਪ੍ਰਵਾਨ ਹੋਵੇ, ਐਸ ਮੰਜੇ ਤੇ ਬਰਾਜੋ, ਹੁਣ ਇਹ ਦੱਸੋ ਵੀ ਦੁੱਧ ਛਕੋਗੇ ਕਿ ਚਾਹ ਦੀ ਇੱਛਾ? ਪਰਸੇ ਨੇ ਉਹਨਾਂ ਦੀ ਆਓ ਭਗਤ ਕਰਦਿਆਂ ਕਿਹਾ ਤਾਂ ਹਜੂਰੇ ਨੇ ਮੰਜੇ ਤੇ ਬੈਠਣ ਤੋਂ ਪਹਿਲਾਂ ਲਿਆਕਤ ਨਾਲ ਫਤਿਹ ਦਾ ਉੱਤਰ ਦਿੱਤਾ। ਫਿਰ ਪਰਸੇ ਨੂੰ ਸਿਰ ਤੋਂ ਪੈਰਾਂ ਤੱਕ ਇਉਂ ਵੇਂਦਾ ਰਿਹਾ ਜਿਵੇਂ ਉਹਦੀ ਮੂਰਤੀ ਘੜਨੀ ਹੋਵੇ। ਇੰਨਾ ਨਰਵਾ, ਸਡੌਲ, ਕੱਦਾਵਰ, ਪ੍ਰਭਾਵਸ਼ਾਲੀ ਸਰੀਰ ਤੇ ਇੰਨਾ ਗੈਰ ਗੰਭੀਰ ਚਿਹਰਾ ਦੇਖ ਕੇ ਉਹ ਤੋਂ ਬੋਲੇ ਬਿਨਾਂ ਰਿਹਾ ਨਹੀਂ ਗਿਆ। ਪੰਡਤ ਜੀ, ਤੁਸੀਂ ਤਾਂ ਪਿਛਲੇ ਜਨਮ ਦੇ ਚੱਕਰਵਰਤੀ ਰਾਜੇ ਹੋ। ਜਦੋਂ ਹਜੂਰਾ ਮੁਸਕਰਾਇਆ ਤਾਂ ਦਾਤਣ ਨਾਲ ਮਾਂਜੇ ਚਿੱਟੇ ਨਰੋਏ ਦੰਦ ਲਿਸ਼ਕੇ। ਪਰਸਾ ਵੀ ਉਹਦੇ ਨਾਲ ਅੱਖਾਂ ਮਿਲਾ ਕੇ ਝਾਕਣ ਵਿੱਚੋਂ ਮੁਸਕਰਾ ਪਿਆ। ਕਿਤੇ ਕਾਰੀਗਰਾਂ ਵਾਲੀ ਟਿੱਚਰ ਤਾਂ ਨਹੀਂ ਕਰ ਗਿਆ ਹਜੂਰ ਸਿਆਂ? ਟਿੱਚਰ ਕਰਨ ਵਾਲੇ ਦੇ 100 ਜੁੱਤੀ ਤੇ ਸਿਰ 'ਚ ਹੁੱਕੇ ਦਾ ਪਾਣੀ। ਇਹ ਸ਼ਬਦ ਬੋਲਦਿਆਂ ਹਜੂਰੇ ਦੇ ਗਲ ਦੀਆਂ ਰਗਾਂ ਉੱਭਰ ਆਈਆਂ ਸੀ। ਬਸ ਹਰਖ ਨਾ, ਮੈਥੋਂ ਆਖੀ ਗਈ, ਤੂੰ ਜਵਾਬ ਦੇ ਦਿੱਤਾ, ਗੱਲ ਮੁੱਕ ਗਈ। ਆਰਾਮ ਨਾਲ ਬੈਠੋ, ਮੈਂ ਦੁੱਧ ਤੱਤਾ ਕਰ ਲਿਆਵਾਂ। ਪਰਸੇ ਦਾ ਚਿੱਤ ਹਜੂਰੇ ਨੂੰ ਮਿਲ ਕੇ ਸੰਤੁਸ਼ਟ ਹੋ ਗਿਆ ਸੀ। ਹਜੂਰੇ ਨੂੰ ਵੀ ਉਹਦੇ ਬਾਰੇ ਤੁੱਲੀ ਨੇ ਖਾਸੀ ਜਾਣਕਾਰੀ ਦੇ ਦਿੱਤੀ ਸੀ। ਉਹਦੇ ਮਨ 'ਚ ਸਮਾਧੀ ਤੇ ਮੂਰਤੀ ਦੀ ਵਿਉਂਤ ਵੀ ਬਣਾ ਲਈ ਸੀ, ਪਰ ਉਹਨੂੰ ਨਾ ਚੱਜ ਨਾਲ ਤੁੱਲੀ ਨੇ ਦੱਸਿਆ, ਨਾ ਹੀ ਉਹਨੂੰ ਆਪ ਖਿਆਲ ਆਇਆ ਵੀ ਬਸੰਤਾ ਕੌਣ ਸੀ। ਇੱਥੇ ਆ ਕੇ ਪਰਸੇ ਨੂੰ ਦੇਖਣ ਸਾਰ ਉਤਸੁਕਤਾ ਜਾਗ ਪਈ। ਕੁਝ ਚਿਰ ਮਗਰੋਂ ਜਦੋਂ ਪਰਸੇ ਨੇ ਦੁੱਧ ਦੇ ਛੰਨੇ ਦੋਹਾਂ ਨੂੰ ਫੜਾਏ ਤਾਂ ਹਜੂਰੇ ਨੇ ਪਹਿਲੀ ਗੱਲ ਇਹੋ ਪੁੱਛੀ, ਆਪਣੇ ਕਾਕੇ ਦੀ ਉਮਰ ਕਿੰਨੀ ਸੀ ਪੰਡਤ ਜੀ? 26ਵਾਂ ਵਰ੍ਹਾ ਲੱਗ ਪਿਆ ਸੀ, 25 ਦਾ ਪੂਰਾ ਹੋ ਗਿਆ ਸੀ। 26ਵਾਂ ਲੱਗਿਆ ਹੋਇਆ ਸੀ? ਹਾਂ। ਉਹਦੇ ਮੱਥੇ ਤੇ ਖੱਬੀ ਅੱਖ ਦੇ ਐਨ ਉੱਤੇ ਇੱਕ ਚਟਾਕ ਵੀ ਸੀ, ਉਂਗਲ ਦੇ ਨਹੁੰ ਵਰਗਾ, ਜਿਵੇਂ ਕਈ ਮੁਸਲਮਾਨਾਂ ਨੇ ਚੰਦ ਖੁਣਵਾਇਆ ਹੁੰਦਾ। ਹਾਂ, ਪਰਸਾ ਉਤਸੁਕਤਾ ਨਾਲ ਉਸ ਵੱਲ ਝਾਕਿਆ। ਉਹਦਾ ਕਿਤੇ ਮੰਗਣਾ ਵੀ ਹੋਇਆ ਸੀ? ਹਾਂ, ਹੋਇਆ ਸੀ, ਮਗਰ ਉਹ ਬੰਦੇ ਮੁੱਕਰ ਗਏ ਸੀ ਤੇ ਉਹਨੇ ਹਰਖ ਚ ਆ ਕੇ ਢੁੱਕਣ ਵਾਲੇ ਮੁੰਡੇ ਦੀ ਬਾਂਹ ਵੜਤੀ ਸੀ। ਹਾਂ, ਉਹੀ। ਐਤਕੀ ਤੁੱਲੀ ਬੋਲਿਆ ਤੇ ਫਿਰ ਉਹਦੀ ਆਵਾਜ਼ ਇੰਜ ਭਾਰੀ ਹੋ ਗਈ ਜਿਵੇਂ ਸੰਗ ਸੁੱਕ ਗਿਆ ਹੋਵੇ। ਉਹ ਤਾਂ ਹਜੂਰਿਆ ਹੀਰਾ ਬੰਦਾ ਸੀ, ਕੋਹੇ ਨੂਰ ਹੀਰਾ, ਪਰ ਬੱਚੇ ਖਾਣੀ ਪੁਲਿਸ ਤੇ ਤੁੱਲੀ ਤੇ ਮੱਲੋ ਮੱਲੀ ਹੰਝੂ ਨਿਕਲ ਗਏ। ਪਰ ਹਜੂਰੇ ਦਾ ਤੁੱਲੀ ਵੱਲ ਕੋਈ ਧਿਆਨ ਹੀ ਨਹੀਂ ਸੀ। ਉਹ ਸੁਣਦਿਆਂ ਹੀ ਜਿਵੇਂ ਸਿਲ ਪੱਥਰ ਹੋ ਗਿਆ ਸੀ। ਦੁੱਧ ਵਾਲਾ ਛੰਨਾ ਉਹਨੇ ਉੱਥੇ ਹੀ ਰੱਖਤਾ, ਫਿਰ ਅੱਖਾਂ ਗੱਡ ਕੇ ਪਰਸੇ ਦੇ ਚਿਹਰੇ ਵੱਲ ਇੰਜ ਝਾਕਣ ਲੱਗ ਪਿਆ ਜਿਵੇਂ ਉਹਨੂੰ ਪਛਾਣ ਰਿਹਾ ਹੋਵੇ। ਉਹ ਤੁਹਾਡਾ ਲਟਕਾ ਸੀ? ਉਹਦੀ ਆਵਾਜ਼ ਵੀ ਬਦਲ ਗਈ। ਹਾਂ, ਛੋਟਾ ਲਟਕਾ। ਹਜੂਰੇ ਦਾ ਸਿਰ ਝੁਕ ਗਿਆ। ਫਿਰ ਉਹਨੇ ਨਿਉ ਕੇ ਪੈਰਾਂ ਕੋਲੋਂ ਮਿੱਟੀ ਦੀ ਚੁੰਡੀ ਭਰੀ, ਮੱਥੇ ਨੂੰ ਲਾ ਲਈ, ਮਗਰੋਂ ਦੋਹੇ ਹੱਥ ਜੋੜ ਕੇ ਅਸਮਾਨ ਵੱਲ ਝਾਕਿਆ ਤਾਂ ਉਹਦੀਆਂ ਅੱਖਾਂ 'ਚੋਂ ਹੰਝੂ ਗਿਰਨ ਲੱਗ ਪਏ। ਤੁੱਲੀ ਤੇ ਪਰਸਾ ਦੋਵੇਂ ਜਿਵੇਂ ਸਕਤੇ 'ਚ ਆ ਗਏ। ਤੁੱਲੀ ਅੱਖਾਂ ਪੂੰਝਣ ਲੱਗ ਪਿਆ। ਬਿੰਦਕ ਮਗਰੋਂ ਜੇਬ 'ਚ ਇੱਕ ਧੋਤੀ ਸਾਫ਼ ਚਿੱਟੀ ਲੀਰ ਕੱਢ ਕੇ ਹਜੂਰੇ ਨੇ ਵੀ ਅੱਖਾਂ ਪੂੰਝੀਆਂ ਤੇ ਖੰਗੂਰਾ ਮਾਰ ਕੇ ਸੰਗ ਸਾਫ਼ ਕਰਦਿਆਂ ਬੋਲਿਆ, ਉਹਦੀ ਯਾਦਗਾਰ ਤੁਸੀਂ ਕੀ ਬਣਾਓਗੇ ਪੰਡਤ ਜੀ? ਪਰਸਾ ਬਿਨਾਂ ਬੋਲਿਆਂ ਉਸ ਵੱਲ ਤਾੜ ਕੇ ਝਾਕਿਆ ਤਾਂ ਹਜੂਰਾ ਉਹਦੀਆਂ ਅੱਖਾਂ 'ਚ ਸਿੱਧਾ ਤੱਕਦਿਆਂ ਬੋਲਿਆ, ਇਹ ਯਾਦਗਾਰਾਂ ਇੱਟਾਂ ਪੱਥਰਾਂ ਦੀਆਂ ਬਣਦੀਆਂ, ਕਾਲ ਜਾਣੀ ਸਮਾਂ ਇਹਨਾਂ ਨੂੰ ਮਿੱਟੀ 'ਚ ਰੋਲ ਦਿੰਦਾ, ਪਰ ਜਿੱਥੇ ਲੋਕਾਂ ਦੇ ਮਨਾਂ 'ਚ ਇਹੋ ਜਿਹੇ ਬੰਦੇ ਯਾਦਗਾਰਾਂ ਬਣਾ ਕੇ ਜਾਂਦੇ ਆ, ਉਹ ਸਦਾ ਕਾਇਮ ਰਹਿੰਦੀਆਂ। ਇੱਥੇ ਹਿੱਕ ਦੇ ਅੰਦਰ ਬਣੀ ਯਾਦਗਾਰ ਆਉਣ ਵਾਲੀਆਂ ਸਭ ਨਸਲਾਂ ਦੀ ਹਿੱਕ ਅੰਦਰ ਉਕਰੀ ਜਾਂਦੀ ਹੈ। ਪੰਡਤ ਜੀ, ਸਮਝੋ ਮੇਰੀ ਬਾਤ, ਇਹਨੂੰ ਸਮਾਂ ਵੀ ਆਪਣੀ ਧੂੜ 'ਚ ਨਹੀਂ ਰੋਲ ਸਕਦਾ। ਤੇ ਹਜੂਰੇ ਨੇ ਕਈ ਵਾਰ ਇੱਥੇ ਕਹਿੰਦਿਆਂ ਸੱਜੇ ਹੱਥ ਦੀਆਂ ਉਂਗਲਾਂ ਆਪਣੀ ਚੌੜੀ ਛਾਤੀ ਤੇ ਮਾਰੀਆਂ। ਫਿਰ ਜਿਵੇਂ ਉਹ ਆਪਣੇ ਆਪ ਨਾਲ ਹੀ ਗੱਲਾਂ ਕਰਨ ਲੱਗ ਪਿਆ। ਉਹਦੀ ਨਿਗਾਹ ਨਾ ਪਰਸੇ ਵੱਲ ਸੀ ਨਾ ਤੁੱਲੀ ਵੱਲ, ਪਤਾ ਨਹੀਂ ਕਿੱਥੇ ਕੀ ਦੇਖ ਰਿਹਾ ਸੀ। ਉਹਨੂੰ ਤਾਂ ਮੈਂ ਉਦੋਂ ਦਾ ਜਾਣਦਾ ਜਦੋਂ ਜੇਲ੍ਹ 'ਚ ਹੁੰਦਾ ਸੀ। ਮੇਰਾ ਮੁੰਡਾ ਵੀ ਉਹਨਾਂ ਨਾਲ ਹੀ ਹੁੰਦਾ ਸੀ। ਉਹ ਵੀ ਨਕਸਲੀਆਂ 'ਚ ਫਿਰਦਾ ਫੜਿਆ ਗਿਆ ਸੀ। ਉੱਥੇ ਹੀ ਉਹਨਾਂ ਦੀ ਯਾਰੀ ਪਈ ਸੀ। ਰਿਹਾ ਹੋਣ ਮਗਰੋਂ ਕਿੰਨੀ ਵਾਰੀ ਉਹ ਸਾਡੇ ਖੇਤ ਕੋਠੇ 'ਚ ਮੇਰੇ ਮੁੰਡੇ ਕੋਲ ਆਇਆ ਸੀ। ਉਹ ਕੋਈ ਆਮ ਬੰਦਾ ਨਹੀਂ ਸੀ, ਉਹ ਮਰਦ ਬੱਚਾ ਸੀ। ਭਗਤ ਸਿੰਘ ਤੇ ਕਰਤਾਰ ਸਿੰਘ ਸਰਾਭਾ ਊਧਮ ਸਿੰਘ। ਤੇ ਹਜੂਰੇ ਦੀਆਂ ਮੋਟੀਆਂ ਅੱਖਾਂ ਅਚਾਨਕ ਲਾਲ ਹੋ ਗਈਆਂ। ਰਗਾਂ 'ਚ ਅਫੀਮ ਬੋਲਣ ਲੱਗ ਪਈ। ਤੇਰਾ ਕਾਕਾ ਵੀ?
ਤੁੱਲੀ ਵਾਕ ਅਧੂਰਾ ਛੱਡ ਕੇ ਉਹਦੇ ਮੂੰਹ ਵੱਲ ਝਾਕਣ ਲੱਗ ਪਿਆ। ਹਾਂ, ਉਹ ਵੀ ਪੁਲਿਸ ਮੁਕਾਬਲੇ 'ਚ ਇਸੇ ਤਰ੍ਹਾਂ ਇਹਨਾਂ ਜਮਦੂਤਾਂ ਨੇ ਮਾਰਤਾ ਸੀ। 6 ਮਹੀਨੇ ਹੋ ਗਏ। ਆਪਣੇ ਕਾਕੇ ਦਾ ਹੀ ਹਾਣੀ ਸੀ, ਉਹਨੂੰ ਵੀ 26ਵਾਂ ਵਰ੍ਹਾ ਲੱਗਿਆ ਸੀ ਪਿਛਲੇ ਸਾਲ ਹੀ। ਅੰਗਰੇਜ਼ੀ ਦੇ 10ਵੇਂ ਮਹੀਨੇ ਦੀ 23 ਤਰੀਕ ਨੂੰ। ਮੈਂ ਉਹਦੀ ਕੋਈ ਯਾਦਗਾਰ ਨਹੀਂ ਬਣਾਈ, ਨਾ ਬਣਾਵਾਂ। ਫਿਰ ਹਜੂਰਾ ਕਿਧਰੇ ਗਵਾਚ ਗਿਆ। ਮਿੰਟ ਕੁ ਮਗਰੋਂ ਬਾਂਹ ਉੱਚੀ ਕਰਕੇ ਹਵਾ 'ਚ ਹਲਾਰਦਿਆਂ ਸਾਹਮਣੇ ਖੇਤਾਂ ਉੱਤੋਂ ਦੀ ਡੁੱਬਦੇ ਸੂਰਜ ਵੱਲ ਝਾਕਦਾ ਬੋਲਿਆ, ਇਹ ਜੋ ਰੰਗਾਂ 'ਚ ਚਿੱਤਰੇ ਨੇ ਖੁਰ ਜਾਣਗੇ, ਇਹ ਜੋ ਪੱਥਰਾਂ 'ਚ ਉਕਰੇ ਨੇ ਮਿਟ ਜਾਣਗੇ, ਬਲਦੇ ਹੱਥਾਂ ਨੇ ਜਿਹੜੇ ਹਵਾ 'ਚ ਲਿਖੇ ਹਰਫ ਉਹੀ ਸਦਾ ਮਹਿਕਦੇ ਰਹਿਣਗੇ। ਇਹ ਇੱਕ ਕਵੀ ਦੇ ਬਚਨ ਮੈਂ ਬੋਲੇ ਆ, 100% ਸੱਚੇ। ਐਸੇ ਲੋਕਾਂ ਦੀਆਂ ਯਾਦਗਾਰਾਂ ਬਣਾਉਣਾ ਤਾਂ ਉਹੀ ਇਹਨਾਂ ਦੀ ਹੇਠੀ ਕਰਨਾ ਹੁੰਦਾ ਹੈ, ਪਾਪ ਹੁੰਦਾ ਹੈ। ਤੇ ਉਹ ਜਿਵੇਂ ਕਿਸੇ ਫਕੀਰ ਵਾਂਗ ਵਜਦ 'ਚ ਆਇਆ ਉੱਠ ਕੇ ਖੜਾ ਹੋ ਗਿਆ। ਫਿਰ ਚੁਟਕੀਆਂ ਵਜਾਉਂਦਾ ਪਾਗਲਾਂ ਵਾਂਗ ਗਾਉਣ ਲੱਗ ਪਿਆ, ਇਹ ਜੋ ਪੱਥਰਾਂ 'ਚ ਉਕਰੇ ਨੇ ਮਿਟ ਜਾਣਗੇ, ਮਿਟ ਜਾਣਗੇ, ਮਿਟ ਜਾਣਗੇ, ਨਹੀਂ ਰਹਿਣਗੇ, ਸਭ ਮਿਟ ਜਾਣਗੇ। ਤੁੱਲੀ ਵੀ ਕਿਸੇ ਹੋਰ ਜਹਾਨ 'ਚ ਜਾ ਪਹੁੰਚਿਆ ਤਾਂ ਮੂੰਹ ਚੱਕ ਕੇ ਜਾਰੋ ਜਾਰ ਰੋ ਰਿਹਾ ਸੀ। ਪਰਸਾ ਪਹਿਲਾਂ ਗੁੰਮਸੁੰਮ ਹੋਇਆ ਉਸ ਵੱਲ ਵੇਂਦਾ ਰਿਹਾ, ਫਿਰ ਉੱਠ ਕੇ ਉਹਨੂੰ ਜੱਫੀ ਪਾ ਲਈ। ਹਜੂਰੇ ਨੇ ਵੀ ਉਹਦੀ ਚੌੜੀ ਛਾਤੀ ਨਾਲ ਸਿਰ ਲਾ ਕੇ ਬਾਂਹ ਉੱਚੀ ਕਰਕੇ ਧੀਮੀ ਆਵਾਜ਼ 'ਚ ਉਹੀ ਸ਼ਬਦ ਫੇਰ ਦੁਹਰਾਏ, ਇਹ ਜੋ ਰੰਗਾਂ 'ਚ ਚਿੱਤਰੇ ਨੇ ਖੁਰ ਜਾਣਗੇ, ਮਿਟ ਜਾਣਗੇ, ਮਿਟ ਜਾਣਗੇ, ਨਹੀਂ ਰਹਿਣਗੇ, ਸਭ ਮਿਟ ਜਾਣਗੇ। ਤੇ ਫਿਰ ਜ਼ਾਰੋ ਜ਼ਾਰ ਰੋਣ ਲੱਗ ਪਿਆ। ਪਰਸਾ ਸਿੱਧਣ ਸਿੱਧਾ ਉਹਦੀ ਪਿੱਠ ਪਲੋਸਦਾ ਅਡੋਲ ਖੜੋਤਾ ਰਿਹਾ, ਨਾ ਬੋਲਿਆ, ਨਾ ਉਹਦੀਆਂ ਅੱਖਾਂ ਗਿੱਲੀਆਂ ਹੋਈਆਂ। ਕੁਝ ਚਿਰ ਮਗਰੋਂ ਹਜੂਰਾ ਜਦੋਂ ਸੰਭਲਿਆ ਤਾਂ ਉਸੇ ਸਾਫ਼ ਲੀਰ ਨਾਲ ਅੱਖਾਂ ਪੂੰਝ ਕੇ 2 ਕਦਮ ਪਿਛਾਂਹ ਹਟ ਕੇ ਤੇ ਬਾਂਹ ਹੁਲਾਰ ਕੇ ਸਿੱਧਾ ਪਰਸੇ ਦੀਆਂ ਅੱਖਾਂ 'ਚ ਝਾਕਦਾ ਦ੍ਰਿੜ ਸਥਿਰ ਆਵਾਜ਼ 'ਚ ਬੋਲਿਆ, ਹੁਣ ਆਖਰੀ ਗੱਲ ਸੁਣੋ ਪੰਡਤ ਜੀ, ਜ਼ਿੰਦਗੀ ਕੀ ਹੈ? ਇੱਕ ਸ਼ਾਇਰ ਦੇ ਲਫ਼ਜ਼ਾਂ 'ਚ ਸੁਣੋ, ਉਹ ਕਹਿੰਦਾ ਹੈ, ਹੰਸਤਾ ਖੇਲਤਾ ਚਲਾ ਜਾਤਾ ਹੂੰ ਦੁਸ਼ਵਾਰਿयों में, ਅਗਰ ਆਸਾਨੀਆਂ ਹੋ ਜ਼ਿੰਦਗੀ ਦੁਸ਼ਵਾਰ ਹੋ ਜਾਏ। ਤੇ ਫਿਰ ਪਹਿਲਾਂ ਵਾਂਗੀ ਜ਼ਿੰਦਗੀ ਦੁਸ਼ਵਾਰ ਹੋ ਜਾਏ ਸ਼ਬਦ ਉਹ ਬਾਰ-ਬਾਰ ਦੁਹਰਾਈ ਗਿਆ, ਚੁਟਕੀਆਂ ਵਜਾਈ ਗਿਆ। ਉਹਨੂੰ ਕੋਈ ਹਾਲ ਚੜ ਗਿਆ ਜਾਪਦਾ ਸੀ। ਅੰਗ 19ਵਾਂ। ਜਿਹੜੇ ਘਰਾਂ ਨੇ ਸਰਵਾਂ ਤੇ ਛੋਲੇ ਬੀਜੇ ਸੀ ਉਹ ਤਾਂ ਵੱਢਣ ਕੱਟਣ ਵੀ ਲੱਗ ਗਏ ਸੀ। 10-15 ਦਿਨਾਂ ਤਾਈਂ ਕਣਕ ਵੀ ਮਾਰੋ ਮਾਰ ਕਰਦੀ ਆਉਣ ਵਾਲੀ ਸੀ। ਇਸੇ ਕਰਕੇ ਲੋਕ ਆਪਣਾ ਸੰਦ ਸੰਦੇੜਾ ਇਕੱਠਾ ਕਰਨ ਤੇ ਆਰ ਲੱਗੇ ਹੋਏ ਸੀ। ਸੁਣਿਆ ਸੀ ਐਤਕੀ ਬਹੁਤੇ ਘਰਾਂ ਨੇ ਪਿੜ ਨਹੀਂ ਸੀ ਪਾਉਣੇ। ਡਰਮੀਆਂ ਤਾਂ ਤੁੱਲੀ ਨੇ ਵੀ ਕਿਧਰੋਂ ਲੈ ਆਂਦੀਆਂ ਸੀ। ਹੁਣ ਕਈ ਦਿਨਾਂ ਤੋਂ ਉਹਨਾਂ ਦੀ ਮੁਰੰਮਤ ਕਰਨ ਲੱਗਿਆ ਹੋਇਆ ਸੀ। ਜਿਨ੍ਹਾਂ ਦੀ ਫਸਲ ਕੁਝ ਵਧੇਰੇ ਸੀ ਉਹ ਬਰਨਾਲੇ ਵਾਲੇ ਧੂਤੇਕਾਰੀ ਦੇ ਘਰਾਂ ਨੂੰ ਹੁਣੇ ਸਾਈਆਂ ਫੜਾ ਆਏ ਸੀ। ਉਹਨਾਂ ਨੇ ਕਹਿੰਦੇ ਸੀ ਇੱਕ ਕੋਠੇ ਜਿੱਡੀ ਮਸ਼ੀਨ ਦਿੱਲੀੋਂ ਲਿਆਂਦੀ ਸੀ, ਜਿਹੜੀ ਇੱਕ ਦਿਨ 'ਚ 5-7 ਕਿੱਲੇ ਕਣਕ ਵੱਢ ਕੇ ਨਾਲ ਦਾਣੇ ਵੀ ਕੱਢ ਦਿੰਦੀ ਸੀ। ਤੇ ਲੋਕ ਕਈ ਦਿਨਾਂ ਤੋਂ ਇਸੇ ਮਸ਼ੀਨ ਦੀਆਂ ਗੱਲਾਂ ਕਰਨ ਲੱਗੇ ਹੋਏ ਸੀ। ਪਰ ਇਹ ਸਾਰੀਆਂ ਗੱਲਾਂ ਪਿੰਡ ਦੀਆਂ ਸਨ ਤੇ ਪਰਸਾ ਤਾਂ ਪਿੰਡੋਂ ਬਾਹਰ ਰਹਿੰਦਾ ਸੀ। ਟਿੰਡੀ ਜਦੋਂ ਆਥਣੇ ਪਿੰਡੋਂ ਮੁੜਦਾ ਤਾਂ ਇਹੋ ਗੱਲਾਂ ਛੇੜ ਲੈਂਦਾ। ਪਰਸਾ ਸੁਣਦਾ ਸੁਣਦਾ ਰਤਾ ਅਕੇਵਾਂ ਮਹਿਸੂਸ ਕਰਨ ਲੱਗ ਪੈਂਦਾ। ਫਿਰ ਆਪੇ ਹੀ ਸੋਚਦਾ ਵੀ ਮੁੰਡੇ ਦਾ ਇਸ ਵਿੱਚ ਕੀ ਦੋਸ਼ ਸੀ। ਉਹਦੇ ਲਈ ਇਹ ਸੰਸਾਰ ਬੜਾ ਵਿਚਿੱਤਰ ਸਥਾਨ ਸੀ, ਜਗਤ ਤਮਾਸ਼ਾ। ਤਮਾਸ਼ਿਆਂ ਦੀਆਂ ਗੱਲਾਂ ਸਾਰੀ ਦੁਨੀਆ ਹੀ ਕਰਦੀ ਹੈ, ਇਹਦੇ ਕੀ ਸਾਰੇ ਹੈ। ਇਸੇ ਕਰਕੇ ਉਹਨੂੰ ਕੁਝ ਨਹੀਂ ਕਹਿੰਦਾ, ਬਸ ਹੂੰ ਹਾਂ ਕਰਦਾ, ਉਹਦਾ ਹੁੰਗਾਰਾ ਭਰ ਛੱਡਦਾ। ਬਾਬਾ ਆਪਾਂ ਵੀ ਕਣਕ ਤੁੱਲੀ ਵਾਲੀ ਮਸ਼ੀਨ ਨਾਲ ਨਾ ਕਢਾ ਲਈਏ? ਟਿੰਡੀ ਨੇ ਕੁਝ ਝਿਜਕਦਿਆਂ ਪੁੱਛਿਆ। ਹੋਰ ਕਿਵੇਂ ਕੱਢਾਂਗੇ? ਪਸ਼ੂਆਂ ਬਿਨਾਂ ਮਸ਼ੀਨ ਨਾਲ ਹੀ ਕਢਾਉਣੀ ਪਊਗੀ। ਫਿਰ ਪੁੱਛ ਕੇ ਆਵਾਂ ਕੱਲ ਨੂੰ ਤੁੱਲੀ ਤੋਂ? ਪੁੱਛ ਆਈ। ਟਿੰਡੀ ਨੂੰ ਚਾਅ ਚੜ ਗਿਆ। ਉਹ ਭਾਂਡੇ ਇਕੱਠੇ ਕਰਦਾ, ਹੋਰ ਨਿੱਕਾ ਮੋਟਾ ਕੰਮ ਕਰਦਾ, ਆਪ ਮੁਹਾਰਾ ਹੀ ਕੁਝ ਬੋਲਦਾ ਫਿਰਿਆ। ਇਹ ਮਸ਼ੀਨਾਂ ਬਲਾਕ ਘਾਟ ਪਾਉਂਦੀਆਂ, ਬਸ ਇੱਕ ਪਾਸੇ ਦੱਥੇ ਦੇਈ ਜਾਓ, ਦੂਜੇ ਪਾਸੇ ਦਾਣੇ ਤੇ ਤੂੜੀ ਅੱਡੋ ਅੱਡ ਨਿਕਲੀ ਜਾਂਦੇ। ਉਹ ਮੌਜ ਤਾਂ ਬੜੀ ਆ, 4 ਦਿਨਾਂ 'ਚ ਦਾਣੇ ਕੱਢ ਕੇ ਉਹ ਮਾਰਦੀ ਹੈ। ਚੱਕ ਜੀ ਬੰਦਾ ਮਿੰਟਾਂ 'ਚ ਵਿਹਲਾ ਹੋ ਜਾਂਦਾ। ਪਰ ਜੇ ਦੂਜੇ ਪਾਸੇ ਦੇਖੀਏ ਤਾਂ ਕਈ ਆਰੀ ਬੰਦੇ ਦਾ ਕਾਈਆ ਵੀ ਕਰ ਦਿੰਦੀ ਹੈ। ਪਰਾਰ ਸੰਤੂ ਕਾ ਵੱਡਾ ਮੁੰਡਾ ਪ੍ਰਤਾਪੇ ਕਿਆਂ ਨਾਲ ਸੀਰੀ ਸੀ। ਉਹਨਾਂ ਨੇ ਖੁਆ ਕੇ ਫੀਮ ਸਾਰੀ ਰਾਤ ਦੱਥੇ ਦੇਣ ਲਾ ਛੱਡਿਆ। ਉਸੇ ਰਾਤ ਬਾਂਹ ਵਢਾ ਬੈਠਾ, ਸਾਰੀ ਉਮਰ ਦਾ ਆਰੀ ਹੋ ਕੇ ਬਹਿ ਗਿਆ। ਕੋਈ ਸੀਰੀ ਨੂੰ ਰਲਾਉਂਦਾ ਹੁਣ? ਐਤਕੀ ਕਿਸੇ ਭੇਡਾਂ ਵਾਲੇ ਨਾਲ ਰਲਣ ਨੂੰ ਫਿਰਦਾ। ਭੇਡਾਂ ਦਾ ਊਂ ਕੀ ਕਾਲ ਪੈਂਦਾ ਜਾਂਦਾ, ਲੋਕ ਰੱਖਣੋਂ ਹੀ ਹਟ ਗਏ। ਰੱਖਣ ਕੀ, ਕਿਧਰੇ ਚਾਰਨ ਨੂੰ ਥਾਂ ਹੀ ਨਹੀਂ ਛੱਡਿਆ ਕਿਸੇ ਨੇ। ਪਰਸੇ ਦਾ ਉਹਦੀ ਕਿਸੇ ਗੱਲ ਵੱਲ ਧਿਆਨ ਨਹੀਂ ਸੀ। ਚੁੱਪ ਕਰਕੇ ਲੇਟਿਆ ਅਸਮਾਨ ਵੱਲ ਝਾਕੀ ਜਾਂਦਾ। ਫਿਰ ਉਹਨੇ ਜਿਵੇਂ ਉੱਬੜਵਾਏ ਆਵਾਜ਼ ਮਾਰੀ, ਓਏ ਟਿੰਡੀ, ਉਰੇ ਆ। ਟਿੰਡੀ ਪਸ਼ੂਆਂ ਵਾਲੇ ਛਤੜੇ ਹੇਠ ਮੰਜਾ ਢਾ ਕੇ ਪੈ ਗਿਆ ਸੀ। ਉਹਦੀ ਆਵਾਜ਼ ਸੁਣ ਕੇ ਬੇਧਿਆਨ ਨਹੀਂ ਉੱਠ ਕੇ ਬੋਲਿਆ, ਮੈਨੂੰ ਕੁਛ ਆਖਿਆ ਬਾਬਾ? ਆਹੋ, ਦੱਸ ਕੀ ਗੱਲ ਆ? ਸਿਰ ਤੇ ਮੁੱਕਾ ਵਲੇਟਦਾ ਉਹ ਕੋਲ ਆ ਗਿਆ। ਆਪਦਾ ਮੰਜਾ ਇੱਥੇ ਚੱਕ ਲਿਆ ਮੇਰੇ ਕੋਲੇ। ਕਿਉਂ, ਕੀ ਗੱਲ? ਕੋਈ ਬਾਤ ਸੁਣਾ ਆ ਕੇ। ਬਾਤ? ਮੈਨੂੰ ਕਿਹੜੀ ਬਾਤ ਆਉਂਦੀ ਹੈ?
ਆ ਜਿਹੜੀਆਂ ਬੇਬੇ ਨੇ ਸੁਣਾਈਆਂ ਸੀ ਉਹ ਤਾਂ ਸਾਰੀਆਂ ਉਹੀ ਭੁੱਲ ਗਈਆਂ। ਚੱਲ ਫਿਰ ਮੈਥੋਂ ਸੁਣ ਲੈ, ਇਹ ਤਾਂ ਠੀਕ ਹੈ ਨਾ। ਹਾਂ, ਆਹ ਗੱਲ ਤਾਂ ਸੂਤ ਹੈ, ਬਲਾ ਚਿਰ ਹੋ ਗਿਆ ਕੋਈ ਬਾਤ ਸੁਣੀ ਨਹੀਂ। ਉਹਨੇ ਉਹਦੇ ਖੱਬੇ ਪਾਸੇ ਮੰਜਾ ਢਾ ਕੇ ਲੇਟਦਿਆਂ ਟਿੰਡੀ ਨੇ ਸੱਜਰੇ ਮੁਨਾਏ ਸਿਰ ਤੋਂ ਖੱਦਰ ਦਾ ਮੁੱਕਾ ਲਾ ਕੇ ਗਿੱਚੀ ਹੇਠ ਰੱਖ ਕੇ ਕਿਹਾ, ਕੋਈ ਵਧੀਆ ਜੀ ਸੁਣਾਈ ਬਾਬਾ। ਵਧੀਆ ਕਿਹੋ ਜੀ ਹੁੰਦੀ ਹੈ? ਆਹੀ ਕਿਸੇ ਰਾਜੇ ਰੂਜੇ ਦੀ, ਕਿਸੇ ਸ਼ਹਿਜ਼ਾਦੇ ਦੀ। ਆ ਰਾਜੇ ਤੇ ਸ਼ਹਿਜ਼ਾਦੇ ਵਾਲੇ ਚੰਗੇ ਹੁੰਦੇ ਆ। ਟਿੰਡੀ ਨੂੰ ਜਵਾਬ ਨਹੀਂ ਸੁਝਿਆ। ਬਿੰਦਕ ਸਿਰ ਖੁਰਕਦਾ ਰਿਹਾ, ਫਿਰ ਝਕਦਾ ਬੋਲਿਆ, ਬਾਤਾਂ ਜਦੋਂ ਹੁੰਦੀਆਂ ਹੀ ਰਾਜਿਆਂ ਦੀਆਂ, ਹੋਰ ਕਿਹਦੀਆਂ ਹੋਣਗੀਆਂ? ਬਾਤਾਂ ਤਾਂ ਲੋਕ ਜਲਾਇਆਂ ਤੇ ਗਧੀਆਂ ਦੀਆਂ ਵੀ ਜੋੜ ਲੈਂਦੇ ਆ। ਟਿੰਡੀ ਹੱਸ ਪਿਆ। ਉਹ ਤਾਂ ਐਵੇਂ ਭੁਕਾਈ ਹੁੰਦੀ ਆ, ਬਿੰਦ ਝੱਟ ਬੰਦਾ ਹੱਸ ਖੇਡ ਲੈਂਦਾ, ਉਹ ਕੋਈ ਬਾਤਾਂ ਤਾਂ ਨਹੀਂ ਹੁੰਦੀਆਂ। ਪਰਸੇ ਨੇ ਗੰਭੀਰ ਹੋ ਕੇ ਧੌਣ ਟੇਢੀ ਕਰਦਿਆਂ ਟਿੰਡੀ ਵੱਲ ਦੇਖਿਆ। ਉਹ ਸਿੱਧਾ ਅਸਮਾਨ ਵੱਲ ਤੱਕਦਾ ਕੋਨੇ ਸਿਰ ਉੱਤੇ ਪੋਲਾ ਹੱਥ ਫੇਰੀ ਜਾਂਦਾ ਸੀ। ਹੁਣ ਉਹ ਸਿਆਣੇ ਬੰਦਿਆਂ ਵਰਗਾ ਲੱਗਿਆ। ਚੰਗਾ ਸੁਣ, ਇੱਕ ਦੇਸ਼ ਸੀ ਮਿੱਠਣ ਦੀਪ। ਉਹਦਾ ਰਾਜਾ ਅੰਬੀਸਾਰ ਬੜਾਤਰ ਮਹਾਤਮਾ ਸੀ। ਆਏ ਗਏ ਸਾਧ ਸੰਤ ਪੰਡਤ ਗਿਆਨੀ ਦਾ ਆਦਰ ਕਰਦਾ ਸੀ। ਇੱਕ ਵਾਰੀ ਉਹਦੇ ਦਰਬਾਰ 'ਚ ਇੱਕ ਜਟਾਧਾਰੀ ਸਾਧੂ ਆਇਆ। ਰਾਜੇ ਨੇ ਮਰਿਆਦਾ ਮੂਜਬ ਉੱਠ ਕੇ ਉਹਦੀ ਆਓ ਭਗਤ ਕੀਤੀ, ਫਿਰ ਉਹਦੇ ਆਉਣ ਦਾ ਪ੍ਰਯੋਜਨ ਪੁੱਛਿਆ। ਸਾਧੂ ਨੇ ਕਿਹਾ, ਰਾਜਨ ਅਸੀਂ ਤਾਂ ਚਿੱਪੀ ਦਾਣਿਆਂ ਦੀ ਲੈਣ ਆਏ ਆ। ਅੰਬੀਸਾਰ ਸੁਣ ਕੇ ਹੈਰਾਨ ਹੋਇਆ ਵੀ ਡੂਢ ਦੋ ਸੇਰ ਦਾਣਿਆਂ ਪਿੱਛੇ ਸਾਧੂ ਨੂੰ ਐਡੀ ਖੇਚਲ ਕਰਨ ਦੀ ਕੀ ਲੋੜ ਪਈ ਸੀ? ਫਿਰ ਜਦੋਂ ਰਾਜੇ ਨੇ ਭੰਡਾਰੀ ਨੂੰ ਦਾਣਿਆਂ ਦੀ ਚਿੱਪੀ ਭਰਨ ਦਾ ਹੁਕਮ ਦਿੱਤਾ ਤਾਂ ਸਾਰੇ ਭੰਡਾਰੇ ਦੇ ਦਾਣੇ ਮੁੱਕ ਗਏ, ਪਰ ਚਿੱਪੀ ਭਰੇ ਹੀ ਨਾ। ਰਾਜਾ ਸਾਧੂ ਦੇ ਚਰਨੀ ਢਹਿ ਪਿਆ। ਸਾਧੂ ਨੇ ਕਿਹਾ, ਹੇ ਅੰਬੀਸਾਰ, ਤੂੰ ਰਾਜਾ ਹੈ। ਇੱਕ ਸਾਧੂ ਤੇਰੇ ਕੋਲ ਪ੍ਰੋਜਨ ਲੈ ਕੇ ਆਇਆ, ਤੂੰ ਬਚਨ ਵੀ ਦਿੱਤਾ, ਇਸ ਕਰਕੇ ਪ੍ਰੋਜਨ ਤਾਂ ਪੂਰਾ ਕਰਨਾ ਪਊ। ਹੁਣ ਤੇਰੇ ਸਾਹਮਣੇ 3 ਰਾਹ ਹੈ, ਜਾਂ ਤਾਂ ਦਾਣਿਆਂ ਦੀ ਚਿੱਪੀ ਭਰ ਦੇ, ਜਾਂ 7.5 ਪਹਿਰਾਂ ਦਾ ਮੀਂਹ ਓਟ ਲੈ, ਤੇ ਜਾਂ ਫਿਰ 7.5 ਵਰਿਆਂ ਦਾ ਕਾਲ ਓਟਣਾ ਪਊ। ਹੋਰ ਕੋਈ ਰਾਹ ਨਹੀਂ। ਰਾਜੇ ਦੇ ਉਸਾਣ ਮਾਰੇ ਗਏ। ਉਹਦੇ ਆਪਦੇ ਦਰਬਾਰੀ, ਵਜ਼ੀਰ, ਮਸ਼ੀਰ ਸਭ ਇਕੱਠੇ ਕਰ ਲਏ। ਸਲਾਹ ਕੀਤੀ। ਵੱਡੇ ਵਜ਼ੀਰ ਨੇ ਕਿਹਾ, ਮਹਾਰਾਜ, ਇਹ ਕੋਈ ਕਰਾਮਾਤੀ ਸਾਧੂ ਹੈ, ਇਹਦੀ ਚਿੱਪੀ ਤਾਂ ਲੱਖਾਂ ਕਰੋੜਾਂ ਮਣ ਦਾਣਿਆਂ ਨਾਲ ਵੀ ਨਹੀਂ ਭਰਨੀ। ਹੁਣ ਤਾਂ ਮੀਂਹ ਜਾਂ ਕਾਲ ਹੀ ਮੰਨਣਾ ਪਊ। ਪਰ ਜੇ 7.5 ਪਹਿਰਾਂ ਦਾ ਮੀਂਹ ਮੰਗ ਲਿਆ ਤਾਂ ਧਰਤੀ ਤਾਂ ਸਮੁੰਦਰ ਬਣ ਜੂ ਤੇ ਸਾਰੀ ਪ੍ਰਜਾ ਡੁੱਬ ਕੇ ਖਤਮ ਹੋ ਜੂ। ਹੁਣ ਤਾਂ ਇੱਕੋ ਰਾਹ ਹੈ ਵੀ 7.5 ਸਾਲਾਂ ਦਾ ਕਾਲ ਮੰਗ ਲਓ, ਕਿਸੇ ਨਾ ਕਿਸੇ ਤਰ੍ਹਾਂ ਕੱਟਿਆ ਜਾਊ। ਰਾਜੇ ਨੇ 7.5 ਸਾਲਾਂ ਦਾ ਕਾਲ ਮੰਗ ਲਿਆ। ਸਾਧੂ ਕਲਿਆਣ ਹੋ ਕਹਿ ਕੇ ਤੁਰ ਗਿਆ। ਕੋਈ ਪਤਾ ਟਿਕਾਣਾ ਵੀ ਦੱਸ ਕੇ ਨਾ ਗਿਆ। ਫਿਰ 2 ਸਾਲ ਮੀਂਹ ਦੀ ਛਿੱਟ ਨਾ ਪਈ। ਅੰਨ ਦਾਣਾ ਰਾਜੇ ਦੇ ਭੰਡਾਰੇ 'ਚੋਂ ਵੀ ਮੁੱਕ ਗਿਆ। ਸਾਰੇ ਰਾਜ 'ਚ ਹਾਹਾਕਾਰ ਮਚ ਗਈ। ਰਾਜੇ ਨੇ ਵਜ਼ੀਰਾਂ ਮਸ਼ੀਰਾਂ ਨੂੰ ਸੱਦ ਕੇ ਸਲਾਹ ਕੀਤੀ ਤਾਂ ਬਹੁਤਿਆਂ ਨੇ ਇਹੋ ਗੱਲ ਕਹੀ ਵੀ ਹੁਣ ਕਿਸੇ ਹੋਰ ਦੇਸ਼ 'ਚ ਜਾ ਕੇ ਸਾੜ ਸਤੀ ਕੱਟਣ ਤੋਂ ਬਿਨਾਂ ਕੋਈ ਰਾਹ ਨਹੀਂ ਸੀ ਰਿਹਾ। ਰਾਜਾ ਸਾਰੀ ਪ੍ਰਜਾ ਨੂੰ ਲੈ ਕੇ ਦੱਖਣ ਦੇਸ਼ ਨੂੰ ਤੁਰ ਪਿਆ। ਜਦੋਂ ਆਪਦੇ ਰਾਜ ਦੀ ਹੱਦ ਪਾਰ ਕਰਨ ਲੱਗਿਆ ਤਾਂ ਪਤਾ ਲੱਗਿਆ ਇੱਕ ਵਾਸਦੇਵ ਨਾਂ ਦਾ ਬ੍ਰਾਹਮਣ ਪਿੰਡ ਛੱਡਣ ਨੂੰ ਕਦੰਤ ਤਿਆਰ ਨਹੀਂ, ਜਿੱਦ ਫੜੀ ਬੈਠਾ। ਰਾਜਾ ਆਪ ਉਹਦੇ ਕੋਲ ਗਿਆ, ਬ੍ਰਾਹਮਣ ਨੂੰ ਬੇਨਤੀ ਕੀਤੀ, ਮਹਾਰਾਜ ਸਾਡੇ ਨਾਲ ਚੱਲੋ। ਬ੍ਰਾਹਮਣ ਬੋਲਿਆ, ਹੇ ਰਾਜਨ, ਪਹਿਲਾਂ ਮੇਰੇ 3 ਪ੍ਰਸ਼ਨਾਂ ਦਾ ਉੱਤਰ ਦਿਓ, ਫਿਰ ਤੁਹਾਡੇ ਨਾਲ ਚੱਲ ਸਕਦਾ। ਰਾਜੇ ਨੇ ਜਦੋਂ ਪੁੱਛਿਆ ਤਾਂ ਵਾਸਦੇਵ ਬੋਲਿਆ, ਪਹਿਲਾਂ ਇਹ ਦੱਸੋ ਵੀ ਜੋ ਸਾਧੂ ਤੁਹਾਡੇ ਦਰਬਾਰ 'ਚ ਚਿੱਪੀ ਦਾਣਿਆਂ ਦੀ ਮੰਗਣ ਆਇਆ ਸੀ ਉਹ ਕੌਣ ਸੀ? ਦੂਜਾ ਪ੍ਰਸ਼ਨ ਇਹ ਹੈ ਵੀ ਜੇ ਕਿਸੇ ਦੀ ਬਿਰਧ ਮਾਤਾ ਕਸ਼ਟਮਈ ਹੋਵੇ ਜਾਂ ਬਿਮਾਰ ਹੋਵੇ ਤਾਂ ਪੁੱਤਰਾਂ ਦਾ ਕੀ ਕਰਤੱਵ ਬਣਦਾ? ਤੇ ਤੀਜਾ ਪ੍ਰਸ਼ਨ ਇਹ ਹੈ, ਜੇ ਦਾਤਾ ਮੰਗਤਾ ਬਣ ਕੇ ਤੁਰ ਪਏ ਤਾਂ ਉਹਨੂੰ ਕੀ ਦੰਡ ਮਿਲਣਾ ਚਾਹੀਏ ਕਿ ਨਾ? ਰਾਜਾ ਨਿਮਰਤਾ ਨਾਲ ਬੋਲਿਆ, ਹੇ ਬ੍ਰਾਹਮਣ ਦੇਵਤਾ, ਸਾਧੂ ਪਰਮਾਤਮਾ ਦਾ ਰੂਪ ਹੁੰਦਾ। ਉਸ ਸਾਧੂ ਨੂੰ ਮੈਂ ਤਾਂ ਪਰਮਾਤਮਾ ਦਾ ਰੂਪ ਹੀ ਸਮਝਿਆ। ਉਹ ਮੈਨੂੰ ਨਹੀਂ ਪਤਾ ਉਹ ਕੌਣ ਸੀ ਤੇ ਕਿੱਥੋਂ ਆਇਆ ਸੀ। ਦੂਜੇ ਪ੍ਰਸ਼ਨ ਦਾ ਉੱਤਰ ਇਹ ਹੈ ਵੀ ਅਜਿਹੇ ਸਮੇਂ ਉਸ ਮਾਤਾ ਦੇ ਪੁੱਤਰਾਂ ਨੂੰ ਉਹਦੀ ਦਵਾਈ ਬੂਟੀ ਕਰਨੀ ਚਾਹੀਏ, ਸੇਵਾ ਕਰਨੀ ਚਾਹੀਏ। ਗ੍ਰੰਥਾਂ ਮੇਂ ਤਾਂ ਐਸਾ ਹੀ ਲਿਖਿਆ। ਤੇਰੇ ਤੀਸਰੇ ਪ੍ਰਸ਼ਨ ਦਾ ਉੱਤਰ ਇਹ ਹੈ ਵੀ ਜੇ ਦਾਤਾ ਮੰਗਣ ਜਾਂਦਾ ਹੈ ਤਾਂ ਉਹਦਾ ਪਿਛਲਾ ਕੀਤਾ ਦਾਨ ਪੁੰਨ ਨਿਫਲ ਚਲਿਆ ਜਾਂਦਾ ਹੈ ਤੇ ਅਗਲੇ ਜਨਮ 'ਚ ਵੀ ਉਹ ਭਿਖਾਰੀ ਬਣਦਾ ਹੈ। ਇਸੇ ਵਿਧਾਨ ਮੁਜਬ ਉਹਦਾ ਦੰਡ ਹੈ ਜਿਹੜਾ ਉਹਨੂੰ ਮਿਲਣਾ ਹੀ ਹੁੰਦਾ ਹੈ। ਬ੍ਰਾਹਮਣ ਵਾਸਤੇ ਹੱਸ ਕੇ ਬੋਲੇ, ਹੇ ਰਾਜਨ, ਉੱਤਰ ਠੀਕ ਦਿੱਤੇ ਨੇ, ਪਰ ਇਹਨਾਂ ਦੇ ਅਰਥ ਆਪ ਨੂੰ ਪਤਾ ਨਹੀਂ, ਸੋ ਸੁਣੋ। ਉਹ ਸਾਧੂ ਵਿਸ਼ਨੂੰ ਭਗਵਾਨ ਆਪ ਸੀ ਜੋ ਉਹਦੀ ਪ੍ਰੀਖਿਆ ਲੈਣ ਆਇਆ ਸੀ। ਦੂਜੇ ਪ੍ਰਸ਼ਨ ਵਿੱਚ ਜਿਸ ਮਾਤਾ ਦੀ ਮੈਂ ਬਾਤ ਕੀਤੀ ਹੈ ਉਹ ਤੁਹਾਡੇ ਰਾਜ ਦੀ ਧਰਤੀ ਹੈ ਜਿਹਨੂੰ ਕਸ਼ਟ ਵਿੱਚ ਛੱਡ ਕੇ ਤੁਸੀਂ ਜਾ ਰਹੇ ਹੋ ਤੇ ਮਹਾਪਾਪ ਦੇ ਭਾਗੀ ਬਣ ਰਹੇ ਹੋ। ਤੀਸਰੀ ਬਾਤ ਇਹ ਹੈ ਕਿ ਰਾਜ ਦੇ ਰਾਜਾ ਹੋਣ ਦੇ ਨਾਤੇ ਤੁਸੀਂ ਦਾਤੇ ਹੋकर ਹੁਣ ਮੰਗਤੇ ਬਣ ਕੇ ਦੱਖਣ ਦੇਸ਼ ਨੂੰ ਤੁਰ ਪਏ। ਇਸ ਕਾਰਨ ਤੁਹਾਡੀ ਹੁਣ ਤੱਕ ਦੀ ਸਾਰੀ ਕਮਾਈ ਨਿਫਲ ਚਲੀ ਗਈ। ਅਗਲੇ ਜਨਮ ਵੀ ਕਿਤੇ ਢੋਈ ਨਹੀਂ ਮਿਲਣੀ। ਇਹ 3 ਬਾਤਾਂ ਯਾਦ ਰੱਖੋ ਰਾਜਨ ਤੇ ਆਪਣੇ ਫੈਸਲੇ ਤੇ ਗੌਰ ਕਰੋ। ਅੰਬੀਸਾਰ ਬ੍ਰਾਹਮਣ ਦੇ ਚਰਨੀ ਢਹਿ ਪਿਆ। ਤਰਲਾ ਕਰਦਾ ਬੋਲਿਆ, ਹੇ ਬ੍ਰਾਹਮਣ ਦੇਵਤਾ, ਕੋਈ ਰਾਹ ਦੱਸੋ ਜਿਸ ਨਾਲ ਮੈਂ ਇਸ ਸੰਕਟ ਤੋਂ ਪਾਰ ਹੋ ਸਕਾਂ।
ਆਪਦੀ ਦਇਆ ਹੋਏਗੀ। ਬ੍ਰਾਹਮਣ ਗੰਭੀਰ ਹੋ ਕੇ ਬੋਲਿਆ, ਜੇ ਰਾਜਨ ਸੰਕਟ ਤੋਂ ਬਚਣਾ ਚਾਹੁੰਦੇ ਹੋ ਤਾਂ ਇੱਥੋਂ ਹੀ ਪੁੱਠੇ ਪੈਰੀ ਮੁੜ ਜਾਓ। ਆਪਦੀ ਫੌਜ ਤਿਆਰ ਕਰੋ, ਦੱਖਣ ਦੇਸ਼ ਦੇ ਰਾਜੇ ਮਣੀਸਾਰ ਉੱਤੇ ਧਾਵਾ ਬੋਲੋ, ਜਿੱਤ ਪ੍ਰਾਪਤ ਕਰਕੇ ਉਹਦੇ ਰਾਜ ਤੇ ਕਬਜ਼ਾ ਕਰੋ। ਉਹ ਚਿੱਤ ਹੈ। ਇਸੇ ਨਾਲ ਆਪਦੀ ਪਰਜਾ ਦੀ ਪਾਲਣਾ ਕਰੋ। ਰਾਜੇ ਵਾਸਤੇ ਇਹੋ ਕਰਮ ਉਚਿਤ ਹੈ। ਇਸੇ ਨਾਲ ਸਾੜ ਸਤੀ ਕੱਟੀ ਜਾ ਸਕਦੀ ਹੈ, ਹੋਰ ਕੋਈ ਮਾਰਗ ਨਹੀਂ। ਅੰਬੀਸਾਰ ਹੱਥ ਜੋੜ ਕੇ ਬੋਲਿਆ, ਹੇ ਬ੍ਰਾਹਮਣ ਦੇਵਤਾ, ਬਿਨਾਂ ਕਿਸੇ ਵੈਰ ਵਿਰੋਧ ਦੇ ਮਣੀਸਾਰ ਦੇ ਰਾਜ ਉੱਤੇ ਧਾਵਾ ਬੋਲ ਕੇ ਉਹਦੀ ਪਰਜਾ ਤੇ ਅਤਿਆਚਾਰਾਂ ਦਾ ਭਾਗੀ ਬਣਨਾ ਪਾਪ ਨਹੀਂ? ਬ੍ਰਾਹਮਣ ਪਹਿਲਾਂ ਹੱਸਿਆ, ਫਿਰ ਬੋਲਿਆ, ਹੇ ਮੂਰਖ ਰਾਜੇ, ਰਾਜਨੀਤੀ ਕੀ ਬਾਤ ਸੁਣੋ। ਜੇ ਤੂੰ ਮਣੀਸਾਰ ਤੇ ਧਾਵਾ ਨਾ ਬੋਲਿਆ ਤਾਂ ਉਹ ਤੇਰੇ ਰਾਜ ਤੇ ਆਏ ਸੰਕਟ ਦਾ ਲਾਭ ਉਠਾ ਕੇ ਤੇਰਾ ਰਾਜ ਖੋਹ ਲਏਗਾ। ਦੂਜੀ ਬਾਤ, ਕੋਈ ਵੀ ਰਾਜਾ ਕਿਸੇ ਰਾਜੇ ਦਾ ਮਿੱਤਰ ਨਹੀਂ ਹੋ ਸਕਦਾ, ਸ਼ਤਰੂ ਹੀ ਹੋ ਸਕਦਾ ਹੈ। ਇਹੋ ਰਾਜਨੀਤੀ ਹੈ। ਤੇ ਸਿਆਣਾ ਰਾਜਾ ਉਹ ਹੁੰਦਾ ਜਿਹੜਾ ਦੂਜੇ ਰਾਜੇ ਦੇ ਧਾਵਾ ਬੋਲਣ ਤੋਂ ਪਹਿਲਾਂ ਉਹਦੇ ਤੇ ਧਾਵਾ ਬੋਲ ਕੇ ਉਹਦੀ ਸ਼ਕਤੀ ਨੂੰ ਨਸ਼ਟ ਕਰ ਦੇਵੇ। ਇੱਕ ਬਾਤ ਆਪਣੇ ਆਪ ਨੇ ਪਰਜਾ ਪਰ ਜ਼ੁਲਮ ਕਰਨ ਦੀ ਆਖੀ ਹੈ। ਯਾਦ ਰੱਖੋ, ਜਦੋਂ ਤੱਕ ਸਤਜੁਗ ਦਾ ਪਹਿਰਾ ਮੁੜ ਕੇ ਨਹੀਂ ਆਤਾ, ਕਿਸੇ ਨਾ ਕਿਸੇ ਰਾਜੇ ਦੀ ਪਰਜਾ ਨੇ ਜ਼ੁਲਮ ਦੀ ਚੱਕੀ ਮੇ ਪਿੱਠੀ ਜਾਂਦੇ ਰਹਿਣਾ ਹੈ। ਹੁਣ ਆਪਦੀ ਪਰਜਾ ਕਸ਼ਟ ਭੋਗ ਰਹੀ ਹੈ, ਕੇਵਲ ਆਪਦੀ ਪਰਜਾ ਦੇ ਕਸ਼ਟਾਂ ਦਾ ਧਿਆਨ ਕਰੋ, ਦੂਜੇ ਰਾਜੇ ਦੀ ਪਰਜਾ ਦੇ ਕਸ਼ਟ ਦਾ ਧਿਆਨ ਮਤ ਕਰੋ। ਜਿਸ ਪਰਜਾ ਪ੍ਰਤੀ ਆਪ ਦਾ ਵੱਡਾ ਕਰਤੱਵ ਹੈ, ਪਹਿਲਾਂ ਉਸ ਬਾਰੇ ਸੋਚੋ। ਆਪਣਾ ਕਰਤੱਵ ਪੂਰਾ ਕਰੋ, ਧਰਮ ਨਿਭਾਓ। ਰਾਜੇ ਦਾ ਪਹਿਲਾ ਧਰਮ ਪਰਜਾ ਦੀ ਰੱਖਿਆ ਤੇ ਨਿਰਵਾਹ ਹੈ। ਅੰਬੀਸਾਰ ਸਿਰ ਨਵਾ ਕੇ ਬੋਲਿਆ, ਗਿਆਨੀ ਬ੍ਰਾਹਮਣ ਜੀ ਇੰਨਾ ਗਿਆਨ ਦਿੱਤਾ ਹੈ ਤਾਂ ਇੱਕ ਸ਼ੰਕਾ ਹੋਰ ਨਿਵਰਤ ਕਰੋ। मेरी प्रजा भूखी है, सारी सेना निर्बल हो चुकी है, ऐसी हालत में मेरी जित किस हीले संभव है? ब्राह्मण बोलिया, राजन, भुखा बाज, भुखा शेर ते भुखी सेना बहुते भयानक होते हैं। आप दी बलहीन सेना भी मणीसार दी बिलासी सैन नूं हराउण दे जोग है। अपना करतब पूरा करो, फल भगवान दे हथ है, उसे दे हथ रहण दिओ, जो जोग समझेगा देवेगा। ये वचन कह के ब्राह्मण ने पिठ मोड़ लई। राजा धरती नमस्कार के उत्थों ही प्रजा दी सेना समेत मुड़ पिया। राजधानी पहुंच के पूरी तैयारी करके दखन राज ते धावा बोलता। ब्राह्मण दे कहे मुजब अंबीसार दी भुखी सेना दी जित हुई। अन्न ते धन नाल भंडारे भर गए, साड़ सती कट्टी गई। 7.5 वरियां पिछों जदों मींह वरिया तां सारी धरती हरी भरी हो गई। प्रजा सुखी वसन लगी। सब लोग आपो अपने काम धंधे च रुझ गए। एक दिन रात समय राजे अंबीसार ने उसे ब्राह्मण दा ख्याल आया। उसे समय एहलकारां नूं बुला के हुक्म दिता भी उहनूं आदर सत्कार से लैके आओ, उसको मैं अपना वजीर थापना चाहना। एहलकार उसे वेले तुर पे। अगे गए तो पता लग्या वासदेव तां तीर्थां दी यात्रा करन चला गया। राजे ने 7 घोड़सवार भेजे। ब्राह्मण जिथे मिले उत्थों नाल ले आओ। घोड़सवार जदों कई तीर्थां तो सूह कढदे बनारस पहुंचे तो पंडित वासदेव गंगा च इशनान कर रहा सी। घोड़सवारां दे सरदार ने नमस्कार किया ते जदों अंबीसार दी इच्छा दसी तां ब्राह्मण बोलिया, जी आया नूं, पर महाराजे नूं मेरा ये रुक्का दे देना, कहना मैं 68 तीर्थां दा इशनान करके ही मुड़ू। उदों तक पता नहीं राजा ते मैं होईए कि ना, इस करके मेरे इस रुक्के बन्नी ओ खास ध्यान करे। घोड़सवार रुक्का लैके राजधानी पहुंचे। राजे नूं फड़ाता। राजे ने खोल के पढ़िया लिखिया सी। बचन ये है कि कोई ज्ञानी पुरुष ज्ञान मुल नहीं बेचदा ते ना ज्ञान दा कोई मुल मिथ्या जां मंगिया जा सकदा है। इस करके आप जी दा ये सोचना बिल्कुल व्यर्थ है कि आप ज्ञान दा मुल तार सकोगे। दूजा वचन ये है कि खुले आकाश च उड्डण दा महाआनंद केवल आसमान च उड़दा पंछी जाणदा है। पिंजरे च पए तोते नूं इहदा कोई अनुभव नहीं रहिंदा। तीजा वचन ये समझो कि ज्ञानी ते साधु पुरुष संसार में अपना करतब निभाउण आउंदे है। जिहड़ा साधु संत जां ज्ञानी अपना करतब ते कर्म भुल के संसार दी माया में खचत हो जांदा है, वो विष्टा के कीड़े दे समान है, ਉਹਦਾ जन्म अकारत जाता है। हे राजन, इन्हां तिन्ना बचना को समझो ते मन में धारण करो, भगवान भली करेगा, कल्याण होगा। अंबीसार ने रुक्का मस्तक नूं लाया ते संभाल के रख लिया, पर उस मगरों उस ब्राह्मण अंबीसार दे राज में कदे मुड़ के नहीं आया। परसा चुप कर गया। ਇਹਦਾ मतलब सी कि बात मुक गई। बस मुक गई बात बाबा, टिंडी ने सिर उतां चुक के कहा। ਐਂ ਕਦੇ ਬਾਤਾਂ ਮੁੱਕਦੀਆਂ ਹੁੰਦੀਆਂ, ਹਰ ਬਾਤ ਦਾ ਅੰਤ ਦੂਜੀ ਦਾ ਆਰੰਭ ਹੁੰਦਾ। ਫਿਰ ਗਾਂ ਸੁਣਾ ਬਾਬਾ, ਬਾਕੀ ਦੀ ਕੱਲ ਨੂੰ। ਪਰ ਟਿੰਡੀ ਨੂੰ ਲੱਗਿਆ ਪਰਸਾ ਉਹਨੂੰ ਟਾਲਾ ਮਾਰ ਰਿਹਾ ਸੀ। ਅਸਲ ਵਿੱਚ ਬਾਤ ਹੀ ਮੁੱਕ ਗਈ ਸੀ। ਜਦੋਂ ਵਾਸਦੇਵ ਹੀ ਗੁਆਚ ਗਿਆ, ਬਾਤ ਗਾਹਾਂ ਕਿਵੇਂ ਤੁਰੇ? ਇਹ ਸੋਚ ਕੇ ਹੌਲੀ ਜੀ ਬੋਲਿਆ, ਉਹ ਬਾਬਾ ਬਾਹਮਣ ਹੈ ਤਾਂ ਸਭ ਤੋਂ ਸਿਆਣੇ ਕਿ ਨਹੀਂ? ਸਿਆਣੇ ਤਾਂ ਸੀ, ਪਰ ਜਦੋਂ ਤੋਂ ਆਪਦਾ ਧਰਮ ਕਰਮ ਛੱਡ ਗਏ, ਲੋਕਾਂ ਨੂੰ ਵਹਿਮਾਂ ਭਰਮਾਂ 'ਚ ਪਾਉਣ ਲੱਗ ਪਏ, ਉਦੋਂ ਤੋਂ ਭ੍ਰਿਸ਼ਟ ਹੋ ਗਏ। ਗੁਰੂ ਸਾਹਿਬ ਮੁਜਬ ਤਾਂ ਹੁਣ ਰੋਟੀਆਂ ਕਾਰਨ ਪੂਰੇ ਤਾਲ ਵਾਲੀ ਗੱਲ ਆ ਇਹਨਾਂ ਦੀ। ਸਭ ਸਾਧੂ ਸੰਤ ਵੀ ਹੁਣ ਇਹੋ ਜਿਹੇ ਹੀ ਹੋਏ ਫਿਰਦੇ ਆ। ਇਹ ਤਾਲ ਪੂਰਨਾ ਕੀ ਹੁੰਦਾ ਬਾਬਾ?
ਤੈਨੂੰ ਨਹੀਂ ਅਜੇ ਸਮਝ ਆਉਣੀ ਤਾਲ ਪੂਰਨ ਦੀ। ਹੁਣ ਸੌਂ ਜਾ, ਕਦੇ ਫੇਰ ਦੱਸੂ। ਟਿੰਡੀ ਨੂੰ ਲੱਗਿਆ ਪਰਸਾ ਅਜੇ ਵੀ ਉਹਨੂੰ ਨਿਆਣਾ ਹੀ ਸਮਝਦਾ। ਫਿਰ ਆਪੇ ਹੀ ਸੋਚਿਆ, ਉਹ ਤਾਂ ਹਾਂ ਨਿਆਣਿਆਂ ਵਰਗਾ ਹੀ, ਅਕਲ ਤੇ ਗਿਆਨ ਤੋਂ ਬਿਨਾਂ ਤਾਂ ਬਾਹਮਣ ਅੰਬੀਸਾਰ ਰਾਜੇ ਨੂੰ ਵੀ ਮੂਰਖ ਕਹਿੰਦਾ ਸੀ। ਫਿਰ ਮੈਂ ਕਿੱਥੋਂ ਸਿਆਣਾ ਹੋ ਗਿਆ। ਪਰ ਬਸੰਤਾ ਤੇ ਬਸੰਤੇ ਦੇ ਬੇਲੀ ਤਾਂ ਮੈਨੂੰ ਕਹਿੰਦੇ ਹੁੰਦੇ ਸੀ ਤੂੰ ਸਿਆਣਾ ਹੀ ਬਲਾ ਹੈ। ਤੇ ਉਹਨਾਂ ਸਾਰਿਆਂ ਦਾ ਚੇਤਾ ਆਉਂਦੇ ਹੀ ਉਦਾਸ ਹੋ ਗਿਆ। ਲੰਮਾ ਹੌਕਾ ਭਰ ਕੇ ਪਸ਼ੂਆਂ ਵਾਲੇ ਛਤੜੇ ਉੱਤੋਂ ਦੀ ਮਾਨਾ ਕੇ ਖੇਤਾਂ ਵੱਲ ਝਾਕਣ ਲੱਗ ਪਿਆ। ਕਈ ਖੇਤਾਂ 'ਚ ਟਰੈਕਟਰ ਦੀ ਬੀਜੀ ਤੇ ਰੰਗ ਵਟਾ ਚੁੱਕੀ ਕਣਕ ਸਿੱਧਣ ਸਿੱਧੀ ਝੱਲਦਾ ਝੱਲ ਖੜੋਤੀ ਜਿਵੇਂ ਝੂਲ ਰਹੀ ਸੀ ਹਾਥੀ ਵਾਂਗ। ਸਾਰੇ ਵਾਹਣ 'ਚ ਬਸ ਇੱਕੋ ਦਰਖਤ ਸੀ, ਦੁਸਾਂਗੀ ਟਾਹਲੀ। ਟਾਹਲੀ ਦੇ ਧੁੰਦਲੇ ਕਾਲੇ ਆਕਾਰ ਵੱਲ ਝਾਕਦਿਆਂ ਉਹਦੀ ਨਿਗਾਹ ਅਸਮਾਨ ਤੱਕ ਫੈਲੇ ਪਰਿਵਾਰ ਦੀਆਂ ਟੀਸੀ ਵਾਲੀਆਂ ਟਾਹਣੀਆਂ ਤੱਕ ਜਾਂਦੀ ਰਹੀ। ਉਹਨਾਂ ਟਾਹਣੀਆਂ ਉੱਤੇ 5-7 ਤਾਰੇ ਸਿਤਾਰਿਆਂ ਦੇ ਹਾਰ ਵਾਂਗ ਟੰਗੇ ਹੋਏ ਦਿਸੇ। ਉਂਝ ਵੀ ਇਹ ਦੂਜਿਆਂ ਨਾਲੋਂ ਵਧੇਰੇ ਲਿਸ਼ਕਦੇ ਸੀ। ਮਨ 'ਚ ਸੋਚ ਪੁਰੀ, ਇਹ ਤਾਰੇ ਦੂਜਿਆਂ ਨਾਲੋਂ ਅਲੱਗਾ ਕਿਵੇਂ ਹੋਏ? ਸ਼ਾਇਦ ਇੱਕ ਵਾਰੀ ਬਾਬੇ ਪਰਸੇ ਨੇ ਦੱਸਿਆ ਸੀ ਵੀ ਜਿਹੜੇ ਬੰਦੇ ਜਵਾਨੀ 'ਚ ਮਰ ਜਾਂਦੇ ਉਹ ਤਾਰੇ ਬਣਦੇ ਆ। ਫਿਰ ਤਾਂ ਇਹਨਾਂ 'ਚ ਕੋਈ ਤਾਰਾ ਬਸੰਤੇ ਦਾ ਵੀ ਹੋਊ ਜ਼ਰੂਰ। ਪਰ ਉਸ ਵੇਲੇ ਉਹਨੂੰ ਆਪਣੀਆਂ ਅੱਖਾਂ ਭਾਰੀਆਂ ਭਾਰੀਆਂ ਹੋ ਗਈਆਂ ਜਾਪੀਆਂ, ਜਿਵੇਂ ਨੀਂਦ ਆਉਂਦੀ ਹੋਵੇ। ਤੇ ਨਾਲ ਹੀ ਬਾਬੇ ਦੇ ਹੁਕਮ ਵਰਗੇ ਸ਼ਬਦ ਯਾਦ ਆਏ, ਅੱਜ ਤੋਂ ਬਾਅਦ ਬਸੰਤੇ ਬਾਰੇ ਕੋਈ ਢਿੱਲੀ ਗੱਲ ਨਹੀਂ ਕਰਨੀ। ਸੂਰਮਿਆਂ ਤੇ ਸ਼ਹੀਦਾਂ ਬਾਰੇ ਜੇ ਢਿੱਲੀ ਜਾਂ ਮਾੜੀ ਗੱਲ ਕਰੀਏ ਤਾਂ ਪਾਪ ਲੱਗਦਾ ਹੈ। ਅੱਧੀ ਰਾਤ ਪਰਸੇ ਨੂੰ ਅਜਿਹੀ ਭੜਕੀ ਲੱਗੀ ਕਿ ਮੂੰਹ ਸੁੱਕਣ ਲੱਗ ਪਿਆ। ਉੱਠ ਕੇ ਤੌੜੇ 'ਚੋਂ ਗੜਵੀ ਪਾਣੀ ਦੀ ਵੀ ਪੀਤੀ, ਪਰ ਮੂੰਹ ਸੁੱਕਣੋਂ ਨਹੀਂ ਹਟਿਆ। ਵਾਪਸ ਮੰਜੇ ਤੇ ਆ ਲੇਟਿਆ। ਟਾਹਲੀ ਕੋਲ ਘੂਕ ਸੁੱਤੇ ਪਏ ਟਿੰਡੀ ਵੱਲ ਨਜ਼ਰ ਜਾ ਪਈ। ਉਹਦੀ ਗੂੜੀ ਨੀਂਦ ਜਿਵੇਂ ਹੋਰ ਬੇਚੈਨ ਕਰਨ ਲੱਗ ਪਈ। ਪਾਸਾ ਪਰਤ ਕੇ ਚੜ੍ਹਦੇ ਵਾਲੇ ਪਾਸੇ ਨਿਗਾਹ ਟਿਕਾ ਕੇ ਝਾਕਣ ਲੱਗ ਪਿਆ। ਅਚਾਨਕ ਐਨ ਸਾਹਮਣੇ ਬੇਹਿਸਾਬੇ ਝਾੜ ਮਲੇ ਦਿਸਣ ਲੱਗ ਪਏ। ਫਿਰ ਉਹਨਾਂ ਨੇ ਉੱਤੋਂ ਦੀ ਭਾਰੀਆਂ ਬੇਰੀਆਂ, ਕਿੱਕਰਾਂ ਦੇ ਰੇਰੂ ਵਰਗੇ ਦਰਖਤਾਂ ਦਾ ਸੰਘਣਾ ਜ਼ਖੀਰਾ ਨਜ਼ਰ ਆਇਆ। ਉਸ ਮਗਰੋਂ ਜਿਵੇਂ ਚਾਰੇ ਪਾਸੇ ਜੰਗਲ ਬੀਆਬਾਨ ਪਸਰਦਾ ਜਾਪਿਆ। ਉਸ ਵੇਲੇ ਪਰਸੇ ਨੇ ਜ਼ੋਰ ਨਾਲ ਕਈ ਵਾਰ ਅੱਖਾਂ ਝਮਕੀਆਂ ਤਾਂ ਰੋਡੇ ਕੀ ਕਿੱਕਰ ਦੇ ਖੱਬੇ ਪਾਸਿਓਂ ਨੇਰ ਪੱਖ ਦੀ 8ਵੀਂ-9ਵੀਂ ਦਾ ਅੱਧੇ ਨਾਲੋਂ ਵੀ ਘੱਟ ਆਕਾਰ ਦਾ ਚੰਦ ਆਪਣੀ ਉਤਲੀ ਨੋਕ ਹੌਲੀ ਹੌਲੀ ਲਹੂ ਭਿੱਜੀ ਬਰਛੀ ਵਾਂਗ ਤਾਂ ਕੱਢ ਰਿਹਾ ਸੀ। ਉਹਦਾ ਰਤਾ ਟੇਢਾ ਆਕਾਰ ਤੇ ਸੰਧੂਰੀ ਰੰਗ ਦੇਖ ਕੇ ਅਦਭੁਤ ਦ੍ਰਿਸ਼ ਦਾ ਝੋਲਾ ਪਿਆ। ਬਿੰਦ ਕੁ ਪਹਿਲਾਂ ਧਰਤੀ ਦੇ ਨਾਲ ਨਾਲ ਦਿਸਦੇ ਝਾੜ ਮਲੇ ਤੇ ਅੱਧ ਅਸਮਾਨ ਤੱਕ ਫੈਲੀਆਂ ਕਿੱਕਰਾਂ ਬੇਰੀਆਂ ਸਭ ਲੋਪ ਹੋ ਗਈਆਂ। ਪਰ ਕਈ ਹੋਰ ਆਕਾਰ ਭਾਦੋਂ ਦੇ ਸੁੱਕੇ ਬੱਦਲਾਂ ਵਾਂਗ ਆਪਣੇ ਰੂਪ ਵਟਾਉਣ ਲੱਗ ਪਏ। ਮਨ ਪਹਿਲਾਂ ਨਾਲੋਂ ਘੱਟ ਬੇਚੈਨ ਸੀ, ਪਰ ਚੇਤ ਵਿੱਚ ਵੀ ਜੇਠਾੜ ਵਾਂਗ ਮੁੜਕਾ ਆਉਂਦਾ ਮਹਿਸੂਸ ਹੋ ਰਿਹਾ ਸੀ। ਇਸੇ ਕਰਕੇ ਬਹਿ ਗਿਆ। ਫਿਰ ਉੱਠ ਕੇ ਪਸ਼ੂਆਂ ਵਾਲੇ ਛਤੜੇ ਵੱਲ ਤੁਰ ਪਿਆ। ਸਾਵੀ ਗਊ ਸੂਣ ਤੋਂ 15-20 ਦਿਨ ਪਹਿਲਾਂ ਹੀ ਲੈ ਆਂਦੀ ਸੀ। ਸੁੰਨੇ ਕਿੱਲੇ ਦੇਖੇ ਨਹੀਂ ਸੀ ਜਾਂਦੇ। ਬਸੰਤੇ ਦੇ ਮਗਰੋਂ ਪਸ਼ੂ ਬਿਨਾਂ ਤਾਂ ਘਰੋਂ ਹੀ ਰੋਹੀ ਲੱਗਣ ਲੱਗ ਪਿਆ ਸੀ। ਕੋਲੋਂ ਦੀ ਲੰਘਿਆ ਤਾਂ ਗਊ ਨੇ ਸਿਰ ਚੁੱਕ ਕੇ ਦੇਖਿਆ। ਉਦੋਂ ਹੀ ਮੀਣਾ ਯਾਦ ਆ ਗਿਆ। ਹੁਣ ਹੁੰਦਾ ਤਾਂ ਉਹਦੀ ਪੈੜ ਚਾਲ ਸੁਣਦੇ ਹੀ ਬੜਕ ਮਾਰਦਾ। ਮਾਨਾਂ ਦੇ ਖੇਤਾਂ ਦੀ ਵੱਟ ਕੋਲ ਜਾ ਕੇ ਫੇਰ ਮੁੜ ਆਇਆ। ਮੁੜਦਾ ਐਵੇਂ ਖੁਰਲੀ 'ਚ ਹੱਥ ਮਾਰਨ ਲੱਗ ਪਿਆ। ਅਜੇ ਬੁੱਕ ਕਤੂੜੀ ਤੇ ਘੁੰਡੀਆਂ ਖੁਰਲੀ 'ਚ ਖਿਲ ਰਹੀਆਂ ਪਈਆਂ ਸੀ। ਗਊ ਉਸੇ ਵੇਲੇ ਭਾਰੇ ਸਰੀਰ ਨੂੰ ਚੁੱਕਦਿਆਂ ਉੱਠ ਖੜੋਤੀ। ਉੱਠਦੀ ਨੇ ਸਿਰ ਹਿਲਾ ਕੇ ਨਿੱਕਾ ਜਿਹਾ ਫੁੰਕਾਰਾ ਮਾਰਿਆ ਤਾਂ ਪਰਸਾ ਉਹਦਾ ਸਿਰ ਪਲੋਸਦਾ ਬੋਲਿਆ, ਚੱਲ ਤੇਰਾ ਇੰਨਾ ਹੀ ਫੁੰਕਾਰਾ ਬਹੁਤ ਹੈ, ਸ਼ਾਬਾਸ਼ ਏ। ਫਿਰ ਕਿਸੇ ਸੱਦਰ ਨਾਲ ਕਿਹਾ, ਜੇ ਮੀਣੇ ਵਰਗਾ ਇੱਕ ਬੱਚਾ ਐਤਕੀ ਬਖਸ਼ ਦੇ ਤਾਂ ਤੇਰੀ ਮਿਹਰਬਾਨੀ। ਛਤੜੇ ਤੋਂ ਬਾਹਰ ਆਉਂਦਿਆਂ ਫਿਰ ਚੰਦ ਵੱਲ ਨਿਗਾਹ ਮਾਰੀ। ਸੰਧੂਰੀ ਚੰਦ ਚਾਂਦੀ ਦੀ ਬਾਕ ਵਰਗਾ ਦਿਸਿਆ। ਉਹਦੇ ਹੇਠਲੇ ਉੱਪਰੇ ਆਕਾਰ ਵੀ ਲੋਪ ਹੋ ਚੁੱਕੇ ਸੀ। ਮੱਠੀ ਮੱਠੀ ਰੁਮਕਦੀ ਹਵਾ 'ਚ ਪੱਕ ਰਹੀਆਂ ਕਣਕਾਂ ਦੀ ਮਹਿਕ ਨਾਲ ਚਿੱਤ ਫੇਰ ਟਿਕਾਣੇ ਆ ਗਿਆ। 2-3 ਵਾਰੀ ਧੰਨ ਨਿਰੰਕਾਰ ਕਹਿ ਕੇ ਜਦੋਂ ਮੰਜੇ ਵੱਲ ਔਲਿਆ ਤਾਂ ਪੈਣ ਨੂੰ ਦਿਲ ਨਹੀਂ ਕੀਤਾ। ਸਿਰ ਪਛਾਂ ਪੁਆਇਆ ਤਾਂ ਠੰਡੀ ਹਵਾ ਦੇ ਬੁੱਲੇ ਨਾਲ ਮੱਥੇ 'ਚ ਮਿੱਠੀ ਮਿੱਠੀ ਜਲਣ ਮਹਿਸੂਸ ਹੋਈ। ਸੁੱਤੇ ਸੁਭਾਈ ਉਸ ਸੁੱਕੇ ਖਾਲ 'ਚ ਤੁਰਨ ਲੱਗ ਪਿਆ, ਜਿਹਦੀ ਸੇਧ ਚੜ੍ਹਦੇ ਵੱਲ ਸੀ। ਚੰਦ ਹੋਰ ਉੱਚਾ ਹੁੰਦਾ ਦਿਸਿਆ ਤੇ ਕਾਲੇ ਭੂਰੇ ਆਕਾਰ ਧੁੰਦ ਦੇ ਨਿੱਕੇ ਨਿੱਕੇ ਬੱਦਲਾਂ ਵਾਂਗ ਖੱਬੇ ਸੱਜੇ ਖਿੰਡਣ ਲੱਗ ਪਏ। ਤੇਜ਼ ਹਵਾ 'ਚ ਚੰਬੀਦੀ ਰੂੰ ਦੇ ਉੱਡਦੇ ਫੰਬਿਆਂ ਵਾਂਗ। ਫਿਰ ਨੱਕ ਦੀ ਸੇਧ ਤੁਰਿਆ ਗਿਆ। ਪਤਾ ਨਹੀਂ ਕਿਹੜੇ ਕਿਹੜੇ ਔਜੜ ਰਾਹਾਂ ਤੇ ਤੁਰਿਆ ਫਿਰਿਆ ਤੇ ਕਿੱਥੋਂ ਕਿੱਥੋਂ ਹੋ ਕੇ ਵਾਪਸ ਮੁੜਿਆ। ਕੁਝ ਯਾਦ ਨਹੀਂ ਰਿਹਾ। ਦਿਨ ਜਿਵੇਂ ਮਸਾਂ ਚੜਿਆ ਹੋਵੇ। ਟਿੰਡੀ ਜਦੋਂ ਅੱਖਾਂ ਮਲਦਾ ਉੱਠਿਆ ਤਾਂ ਅਜੇ ਪੂਰੀ ਤਰ੍ਹਾਂ ਲੋਈ ਨਹੀਂ ਸੀ ਪਾਟੀ, ਪਰ ਮੱਧਮ ਜੀ ਚਾਨਣੀ ਹੋਣ ਲੱਗ ਪਈ ਸੀ। ਉਹਨੇ ਚੁੱਲ੍ਹੇ 'ਚ ਅੱਗ ਮੱਚਦੀ ਦੇਖੀ, ਹੈਰਾਨ ਹੋ ਕੇ ਉੱਧਰ ਝਾਕੀ ਗਿਆ। ਫਿਰ ਦਰੀ ਤੇ ਖੇਸ ਵਲੇਟ ਕੇ ਮੰਜਾ ਟੇਢਾ ਕਰਕੇ ਛਤੜੇ ਵੱਲ ਗਿਆ। ਪਰ ਜਦੋਂ ਖਿਆਲ ਆਇਆ ਵੀ ਉਹਨੇ ਮੰਜਾ ਬਿਸਤਰਾ ਕੋਠੀ ਅੰਦਰ ਰੱਖਣਾ ਸੀ ਤਾਂ ਹੋਠਾਂ ਤੇ ਮੁਸਕਰਾਹਟ ਆ ਗਈ। ਪਿਛਾਂਹ ਮੁੜਦੇ ਨੇ ਦੇਖਿਆ ਪਰਸਾ ਪਾਣੀ ਤੱਤਾ ਕਰਦਾ ਇੱਕ ਸ਼ਬਦ ਗਾਈ ਜਾਂਦਾ ਸੀ। ਇਹ ਸ਼ਬਦ ਟਿੰਡੀ ਨੇ ਪਹਿਲਾਂ ਕਦੇ ਨਹੀਂ ਸੀ ਸੁਣਿਆ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜੇ ਖੇਤ, ਸੂਰਾ ਸੋ ਪਹਿਚਾਨੀਐ।
ਤੇ ਜਦੋਂ ਉੱਚੀ ਹੇਕ ਨਾਲ ਸੂਰਾ ਸ਼ਬਦ ਬੋਲਦਾ ਤਾਂ ਟਿੰਡੀ ਨੂੰ ਉਹਦੀ ਆਵਾਜ਼ ਅਸਮਾਨ ਕਮੋਦੀ ਲੱਗਦੀ। ਇਉਂ ਰਿਹਾ ਨਾਲ ਸ਼ਬਦ ਗਾਉਂਦਾ ਉਹ ਚੰਗਾ ਲੱਗਿਆ। ਕੋਠੇ ਅੰਦਰੋਂ ਮੁੜਦਾ ਉਹਦੇ ਮਗਰ ਖੜੋ ਕੇ ਬਿੰਦਕ ਸ਼ਬਦ ਸੁਣਦਾ ਰਿਹਾ। ਫਿਰ ਕੁਝ ਝਿਜਕਦਿਆਂ ਪੁੱਛਿਆ, ਬਾਬਾ ਮੈਂ ਦੁੱਧ ਲਿਆਵਾਂ? ਕਿਹੜਾ ਹੈ? ਪਿਛਾਂ ਸਿਰ ਭੁਆ ਕੇ ਪਰਸੇ ਨੇ ਜਿਵੇਂ ਉਬੜਵਿਆ ਕਿਹਾ, ਟਿੰਡੀ ਹੈ ਕਿ? ਹਾਂ ਆਹੋ ਬਾਬਾ, ਤੂੰ ਅਜੇ ਸੁੱਤਾ ਰਹਿੰਦਾ, ਐਡੀ ਕੀ ਕਾਹਲ ਸੀ ਉੱਠਣ ਦੀ? ਟਿੰਡੀ ਹੋਰ ਝਿਜਕ ਗਿਆ। ਫਿਰ ਅੱਖਾਂ ਮਲਦਿਆਂ ਬੋਲਿਆ, ਸਹੁੰ ਗਊ ਦੀ ਬਾਬਾ, ਅੱਜ ਪਤਾ ਨਹੀਂ ਕਿਹੋ ਜਿਹੀ ਨੀਂਦ ਆਈ, ਦਿਨ ਚੜ੍ਹਦੇ ਦਾ ਪਤਾ ਹੀ ਨਹੀਂ ਲੱਗਿਆ। ਪਰਸਾ ਠਾਕਾ ਮਾਰ ਕੇ ਹੱਸਿਆ। ਰਾਤ ਕਿਤੇ ਮਿੱਠਣ ਦੀਪ ਵਾਲੇ ਰਾਜੇ ਦੇ ਦਰਬਾਰ 'ਚ ਤਾਂ ਨਹੀਂ ਸੀ ਤੁਰਿਆ ਫਿਰਿਆ? ਕੌਣ ਹੂੰ ਉਹ ਤਾਂ, ਤੇ ਉਹ ਧੌਣ ਨਿਵਾ ਕੇ ਖੁਰਕਣ ਲੱਗ ਪਿਆ। ਅੱਗੋਂ ਗੱਲ ਨਹੀਂ ਹੋੜੀ। ਚੰਗਾ ਇੱਕ ਕੰਮ ਕਰ, ਪਰਸਾ ਗੰਭੀਰ ਆਵਾਜ਼ 'ਚ ਬੋਲਿਆ। ਪਰ ਫਿਰ ਕਦੇ ਕੋਈ ਭੁੱਲੀ ਗੱਲ ਚੇਤੇ ਕਰਦਿਆਂ ਕਿ ਚੱਲ ਪਹਿਲਾਂ ਤੂੰ ਮੂੰਹ ਹੱਥ ਧੋ ਕੇ ਚਾਹ ਪੀ, ਫਿਰ ਦੱਸਦਾ ਤੈਨੂੰ ਕੰਮ, ਬਸ ਮੂੰਹ ਧੋਣ ਨੂੰ ਫੋਰਾ ਲਾ ਕੇ ਰਾ। ਟਿੰਡੀ ਨੇ ਸੱਚੀ ਇੰਨੀ ਚੁਸਤੀ ਦਿਖਾਈ ਵੀ ਜਦੋਂ ਉਹਨੇ ਚਾਹ ਵਾਲੇ ਭਾਂਡੇ ਮਾਂਜੇ ਤਾਂ ਅਜੇ ਸੂਰਜ ਨਹੀਂ ਸੀ ਚਮਕਿਆ। ਸਿਰ ਤੇ ਮੁੱਕਾ ਵਲੇਟਦਾ ਉਹ ਕਰਾਰ ਨਾਲ ਬੋਲਿਆ, ਹਾਂ ਹੁਣ ਦੱਸ ਬਾਬਾ ਕੀ ਕੰਮ ਹੈ? ਤੂੰ ਐਂ ਕਰ, ਪਿੰਡ ਜਾ, ਆਪਦੀ ਬੇਬੇ ਨੂੰ ਆਖੀ ਅੰਦਰਲੇ ਘਰੇ ਸਾਰਾ ਅੰਦਰ ਬਾਹਰ ਚੰਗੀ ਤਰ੍ਹਾਂ ਸੰਭਰ ਦੇ। ਫਿਰ ਨਾਲੇ ਤਾਂ ਇੱਕ ਦੋ ਦਿਨਾਂ 'ਚ ਕੋਠੜੀਆਂ 'ਚ ਤੱਲੀ ਫੇਰੇ ਤੇ ਨਾਲੇ ਕੰਧਾਂ ਤੇ ਪੋਚਾ ਫੇਰ ਕੇ ਸਾਰਾ ਘਰ ਨੱਥੇ ਮਹਿਰੇ ਦੇ ਤਾਲੂਏ ਵਰਗਾ ਕਰ ਦੇ। ਟਿੰਡੀ ਤੋਂ ਹਾਸੀ ਨਹੀਂ ਰੋਕੀ ਗਈ। ਉਹਨੂੰ ਨੱਥੇ ਮਹਿਰੇ ਦੇ ਗੰਜੇ ਸਿਰ ਦਾ ਖਿਆਲ ਆ ਗਿਆ, ਜਿਹੜਾ ਧੁੱਪ 'ਚ ਭਰਤ ਦੇ ਮਾਂਜੇ ਸੁਆਰੇ ਗੜਵੇ ਵਾਂਗ ਲਿਸ਼ਕਦਾ ਰਹਿੰਦਾ। ਵਿਸਾਖ ਚੜ੍ਹਨ ਤੋਂ ਲੈ ਕੇ ਚੜ੍ਹਦੇ ਮੱਘਰ ਤਾਈ ਕਦੇ ਕਿਸੇ ਨੇ ਉਹਦੇ ਸਿਰ ਤੇ ਪੱਗ ਨਹੀਂ ਸੀ ਦੇਖੀ। ਫਿਰ ਵੀ ਪਤਾ ਨਹੀਂ ਕਾਹਦੇ ਲਈ ਉਹ ਹਰ ਵੇਲੇ ਪੱਗ ਖੱਬੀ ਕੱਛ 'ਚ ਦੇਈ ਫਿਰਦਾ ਸੀ। ਕਿਉਂ ਹੱਸਦਾ? ਕੁਝ ਯਾਦ ਆ ਗਿਆ? ਐਵੇਂ ਟਿੰਡੀ ਨੇ ਸਿਰ ਤੇ ਮੂਕਾ ਸੂਤ ਕਰਕੇ ਵਲੇਟਿਆ ਕਿਹਾ, ਨੱਥਾ ਵੀ ਬਾਬਾ ਬੜਾ ਕਮਲਾ ਹੈ। ਗਰਮੀ ਗਰਮੀ ਹੁਣ ਦਿਨ 'ਚ 10-10 ਆਰੀ ਗੰਜੇ ਸਿਰ ਤੇ ਨਾਲ ਛੱਡੀ ਰੱਖਿਆ ਕਰੂ। ਕਈ ਵਾਰੀ ਤਾਂ ਮਣ ਤੋਂ ਉਤਰ ਕੇ ਪਾਣੀ ਭਰਨ ਵਾਲੀਆਂ ਬਹੂਆਂ ਕੁੜੀਆਂ ਨੂੰ ਆਖੂ ਬਈ ਬੀਬਾ ਮਾੜਾ ਜਿਹਾ ਤੌੜਾ ਪਾਸੇ ਕਰਿਓ, ਮੈਂ ਸਿਰ ਗਿੱਲਾ ਕਰ ਲਾਂ। ਲੈ ਕਰ ਲੈ ਗੱਲ। ਟਿੰਡੀ ਜਦੋਂ ਆਪਣੀ ਗੱਲ ਤੇ ਆਪ ਹੱਸ ਪਿਆ ਤਾਂ ਉਹਨੂੰ ਹੱਥੂ ਆ ਗਿਆ। ਬਿੰਦਕ ਮਗਰੋਂ ਸੰਭਲਦਾ ਬੋਲਿਆ, ਮੈਨੂੰ ਤਾਂ ਹਾਸਾ ਆਈ ਜਾਂਦਾ ਬਾਬਾ ਬਈ ਉਹਦੇ ਕੰਨਾਂ ਦੇ ਮਗਰਲੇ ਪਾਸੇ ਤੇ ਗਿੱਚੀ ਵਾਲੇ ਸਾਰੇ ਵਾਲ ਜੇ ਮੁੰਨ ਲਈਏ ਤਾਂ ਸਾਰੇ ਉਹਦੀ ਨਸਵਾਰ ਵਾਲੀ ਡੱਬੀ 'ਚ ਪੈਣ ਜੋਗੇ ਨਹੀਂ ਹੋਣੇ, ਤੇ ਕਹੂ ਭਾਈ ਬੱਚਾ ਮੈਨੂੰ ਕੇਸੀ ਨਹਾ ਲੈਣ ਦਿਓ ਮਾੜਾ ਜਿਹਾ। ਤੇ ਉਵੇਂ ਫਿਰ ਉਹ ਹੱਸਣ ਲੱਗ ਪਿਆ। ਟਿੰਡੀ ਨੂੰ ਇੰਨਾ ਖੁਸ਼ ਦੇਖ ਕੇ ਪਰਸੇ ਦਾ ਚਿੱਤ ਵੀ ਟਹਿਕ ਪਿਆ। ਉਹਦਾ ਚਿੱਤ ਰੱਖਣ ਨੂੰ ਉਹ ਵੀ ਉਹਦੇ ਨਾਲ ਪੋਲਾ ਪੋਲਾ ਹੱਸਣ ਲੱਗ ਪਿਆ। ਤੇ ਹੋਰ ਉਹਦਾ ਨਾਂ ਲੋਕਾਂ ਨੇ ਕੇਸਾਂ ਵਾਲਾ ਕਾਹਤੋਂ ਰੱਖਿਆ? ਹੱਸਦਿਆਂ ਹੱਸਦਿਆਂ ਟਿੰਡੀ ਨੇ ਜਦੋਂ ਕੁਵੇਲਾ ਹੋਣ ਦਾ ਖਿਆਲ ਆਇਆ ਤਾਂ ਡੋਲੂ ਚੁੱਕ ਕੇ ਤੁਰਦਾ ਬੋਲਿਆ, ਚੰਗਾ ਫਿਰ ਮੈਂ ਤਾਂ ਚੱਲਿਆ ਬਾਬਾ, ਪਸ਼ੂਆਂ ਨੂੰ ਪੱਠੇ ਤੂੰ ਪਾ ਦੇ। ਉਹਨੂੰ ਕੁਢੱਬੀ ਜੀ ਤੁਰਦਿਆਂ ਮਾਨਾ ਕਿ ਖੇਤ ਦੇ ਖਾਲ ਵਿੱਚੋਂ ਦੀ ਜਾਂਦਿਆਂ ਦੇਖ ਕੇ ਇਉਂ ਮਹਿਸੂਸ ਹੋਇਆ ਜਿਵੇਂ ਟਿੰਡੀ ਨੂੰ ਕੋਈ ਗੁਆਚਿਆ ਗ੍ਰੰਥ ਲੱਭ ਪਿਆ ਹੋਵੇ। ਗਊ 2 ਵਾਰ ਰੰਭੀ ਸੀ ਪਰ ਪਰਸੇ ਦਾ ਉੱਠਣ ਨੂੰ ਦਿਲ ਨਹੀਂ ਸੀ ਕਰਦਾ। ਜਦੋਂ ਟਿੰਡੀ ਪਹੀ ਤੇ ਪਹੁੰਚ ਕੇ ਭੜੀਓਲੇ ਹੋਇਆ ਉਦੋਂ ਹੀ ਪੱਠੇ ਪਾਉਣ ਉੱਠਿਆ। ਟਿੰਡੀ ਦੀ ਬੇਬੇ ਨੇ 4-5 ਦਿਨਾਂ 'ਚ ਹੀ ਅੰਦਰਲਾ ਘਰ ਸੰਭਰ ਸਵਾਰਤਾ। ਤੜਕੇ ਪਰਸਾ ਆਇਆ, ਸੱਜਰੇ ਪੋਚੇ ਦੀ ਮਹਿਕ ਨਾਲ ਜਿਵੇਂ ਨਸ਼ਾ ਚੜ੍ਹ ਗਿਆ। ਟਿੰਡੀ ਦੀ ਬੇਬੇ ਦੇ ਸਿਰ 'ਚ ਹਾਰ ਪੁਣੇ ਤੇ ਚਿੱਤ ਬਹੁਤ ਖੁਸ਼ ਹੋਇਆ। ਅੰਦਰ ਬਾਹਰ ਫਿਰਦਿਆਂ ਜਾਚਦਾ ਰਿਹਾ ਕਿੱਥੇ ਕਿਹੜਾ ਸਮਾਨ ਟਿਕਾਉਣਾ ਸੀ। ਇੱਕ ਵਾਰੀ ਚਿੱਤ 'ਚ ਆਈ ਵੀ ਮਗਰਲਾ ਤੂੜੀ ਵਾਲਾ ਕੋਠਾ ਢਾਹ ਕੇ ਨਵਾਂ ਛੱਤ ਲਿਆ ਜਾਏ। ਪਰ ਅਚਾਨਕ ਖਿਆਲ ਆ ਗਿਆ ਵੀ ਉਹਦੇ ਨਾਲ ਤਾਂ 3 ਪੀੜ੍ਹੀਆਂ ਦਾ ਸੰਬੰਧ ਜੁੜਿਆ ਹੋਇਆ। ਇੱਥੇ ਹੀ ਉਹਦਾ ਪਿਓ ਦਾਦਾ ਤੇ ਉਹ ਆਪ ਵੀ ਆਪਣੇ ਸ਼ਸਤਰ ਹਥਿਆਰ ਤੇ ਸੰਦ ਰੱਖਦਾ ਰਿਹਾ ਸੀ। ਪਰ ਉਂਝ ਛੱਤ ਦੇ ਸ਼ਤੀਰ ਕੜੀਆਂ ਸਰਕੰਡਾ ਸਭ ਕੁਝ ਪੁਰਾਣਾ ਹੋ ਗਿਆ ਸੀ। ਇੰਨਾ ਪੁਰਾਣਾ ਕੋਠਾ ਹੋਰ ਕਿੰਨਾ ਕੁ ਚਿਰ ਰਹੂ? ਪਰ ਆਪੇ ਹੀ ਜਿਵੇਂ ਮਨ ਨੂੰ ਮੋੜ ਕੇ ਕਿਹਾ ਵੀ ਚਾਹੇ ਕਿੰਨਾ ਚਿਰ ਰਹੇ, ਇਹਦਾ ਕੀ ਮਤਲਬ? ਅਚਾਨਕ ਪਾਲੇ ਨਾਲ ਹੋਈਆਂ ਵਿਸਰੀਆਂ ਗੱਲਾਂ ਚੇਤੇ ਆ ਗਈਆਂ ਤੇ ਉਹਦੀ ਆਵਾਜ਼ ਜਿਵੇਂ ਪ੍ਰਤੱਖ ਸੁਣੀ। ਉਹ ਵਿਹੜੇ 'ਚ ਮੰਜੇ ਉੱਤੇ ਬੈਠਾ ਕਹਿ ਰਿਹਾ ਸੀ, ਉਹ ਬਾਲਾ ਵਿਦਵਾਨ ਨਾ ਬਣਿਆ ਕਰ ਪਰਸਾ ਮਾਂ, ਜੇ ਐਂ ਪੁਰਾਣੀਆਂ ਚੀਜ਼ਾਂ ਸਿੱਟਣ ਲੱਗੀਏ ਤਾਂ ਰਹੂ ਕੀ? ਪੁਰਾਣੇ ਕਿਲੇ ਮਹਿਲ ਮੰਦਰ ਇਤਿਹਾਸਿਕ ਮਕਾਮ ਤੇਰੇ ਭਾਣੇ ਸਭ ਬੇਕਾਰ ਹੈ। ਬੇਕਾਰ ਹੋਣ ਤਾਂ ਸਰਕਾਰ ਤੇ ਲੋਕ ਉਹਨਾਂ ਨੂੰ ਨਵਿਆਂ ਨਾਲੋਂ ਵੀ ਵੱਧ ਸਾਂਭ ਕਿਉਂ ਰੱਖਣ? ਪਰ ਜਿਹੜਾ ਪਿਓ ਦਾਦੇ ਵਾਲੇ ਪੁਰਾਣੇ ਘਰ ਦੀ ਘੁਣ ਖਾਦੀ ਲਟੈਣ ਹੇਠ ਜਵਾਕ ਦੱਬ ਕੇ ਮਾਰ ਲੇ, ਉਹਨੂੰ ਕੌਣ ਸਿਆਣਾ ਆਖੂ ਰਾਗੀਆ? ਤੇ ਉਹ ਸੁੱਤਾ ਹੀ ਮੁਸਕਰਾ ਪਿਆ। ਪਾਲੇ ਨਾਲ ਹੋਈਆਂ ਅਜਿਹੀਆਂ ਚਕਮਕੀਆਂ ਸੱਚੀ ਕੱਲ੍ਹ ਦੀਆਂ ਗੱਲਾਂ ਲੱਗਦੀਆਂ ਸੀ। ਪਤਾ ਨਹੀਂ ਕਿਹੜੇ ਵੇਲੇ ਚੁੱਪ ਕੀਤਾ ਹੀ ਤੁਰ ਪਿਆ। ਪਰ ਅਜਿਹੇ ਵੇਲੇ ਆਈ ਉਹਦੀ ਯਾਦ ਨਾਲ ਮਨ ਉਦਾਸ ਨਹੀਂ ਹੋਇਆ, ਸਗੋਂ ਹੋਰ ਉਤਸ਼ਾਹ ਹੋ ਗਿਆ। ਮਹਾਰਾਜ ਜੀ ਦੇਵਤਾ ਜੀ, ਹੁਣ ਇੱਥੇ ਰੌਣਕ ਮੇਲੇ ਲਾਉਣ ਦੀ ਫਿਰ ਸਲਾਹ ਕਰ ਲਈ ਕਿ ਗਲੀ 'ਚੋਂ ਲੰਘਿਆ ਜਾਂਦਾ ਸੰਤੋਖਾ ਭਾਈ ਜੀ ਧੁੱਸ ਦੇ ਕੇ ਅੰਦਰ ਆ ਵੜਿਆ। ਕਿਉਂ ਨਾ ਲਾਈਏ ਰੌਣਕਾਂ? ਵਾਖਰੂ ਵਾਖਰੂ। ਹਾਂ ਪੰਡਤਾ ਕੀ ਗੱਲ ਆਖੀ ਤੂੰ? ਜੀ ਆਇਆਂ ਨੂੰ। ਤੁਹਾਡੇ ਬਿਨਾਂ ਤਾਂ ਪਿੰਡ ਹੀ ਸੁੰਨਾ ਹੋਇਆ ਲੱਗਦਾ ਦੇਵਤਾ ਜੀ।
ਭਾਈ ਜੀ ਪਰਸੇ ਨੂੰ ਕਦੇ ਚੰਗਾ ਨਹੀਂ ਸੀ ਲੱਗਿਆ। ਪੂਜਾ ਦਾ ਧਾਨ ਤੇ ਧਨ ਖਾ ਖਾ ਵਧਿਆ। ਉਹਦਾ ਢਿੱਡ ਵੇਖ ਕੇ ਉਹਦੀਆਂ ਅੱਖਾਂ ਮੱਚਣ ਲੱਗ ਪੈਂਦੀਆਂ। ਉਹਦੇ ਬਾਰੇ ਮਸ਼ਹੂਰ ਸੀ ਕਿ ਮੂੰਹ ਦਾ ਮਿੱਠਾ ਚਿੱਤ ਦਾ ਖੋਟਾ ਬੰਦਾ ਸੀ। ਅਜਿਹੇ ਬੰਦੇ ਦੇ ਮੱਥੇ ਲੱਗਦੇ ਹੀ ਉਹਨੂੰ ਚੇਹ ਚੜ ਜਾਂਦੀ। ਪਰ ਅਜਿਹੇ ਵੇਲੇ ਉਸ ਨਾਲ ਉਲਝਣਾ ਚੰਗਾ ਨਹੀਂ ਲੱਗਿਆ। ਮੂਰਖ ਨਾਲ ਉਲਝਣਾ ਤਾਂ ਕਿਸੇ ਨੇ ਚੰਗਾ ਨਹੀਂ ਆਖਿਆ। ਉਹ ਤਾਂ ਤੁਹਾਡੀ ਮਿਹਰਬਾਨੀ, ਪਰਸੇ ਨੇ ਬੇਧਿਆਨੀ ਨਾਲ ਕਿਹਾ ਤੇ ਫਿਰ ਗੱਲ ਹੋਰ ਪਾਸੇ ਟਾਲਦਿਆਂ ਬੋਲਿਆ, ਜੇ ਵੇਲ ਹੈ ਤਾਂ ਭਾਈ ਸਾਹਿਬ ਪਾਠ ਦਾ ਹੀ ਪ੍ਰਬੰਧ ਕਰ ਦਿਓ ਕਿਸੇ ਵੇਲੇ। ਜ਼ਰੂਰ, ਇਹ ਜੋ ਸ਼ੁਭ ਕਾਰਜ ਆਸਤੇ ਤਾਂ ਜਦੋਂ ਹੁਕਮ ਕਰੋ ਦਾਸ ਹਾਜ਼ਰ ਹੈ ਜੀ। ਉਹ ਗਜੇ ਵਾਲੀ ਬਾਲਟੀ ਆਪਣੀ ਘੋਟੇ ਵਰਗੀ ਨਰੋਈ ਬਾਂਹ ਉੱਤੇ ਲਮਕਾਈ ਤੇ ਚਿਲਕ ਦਾ ਤੀਰ ਹੱਥ 'ਚ ਫੜੀ ਖੜੋਤਾ ਵਾਰੋ ਵਾਰੀ ਪੈਰ ਇੰਝ ਭੂੰਜੇ ਮਾਰੀ ਜਾਂਦਾ ਸੀ ਜਿਵੇਂ ਮੱਖ ਲੜਦੀ ਹੋਵੇ। ਉਹ ਮੈਲਾ ਚੋਲਾ, ਢੱਠੀ ਪੱਗ, ਅੱਧ ਬੱਗੀ ਖਿਲਰੀ ਤੇ ਉਲਝੀ ਦਾੜੀ, ਚੁੰਨੀਆਂ ਅੱਖਾਂ, ਮੋਟਾ ਨੱਕ ਤੇ ਸਕੂਲੀ ਮੁੰਡਿਆਂ ਦੀ ਫੁੱਟਬਾਲ ਵਰਗਾ ਫੁੱਲਿਆ ਫੁੱਲਿਆ ਚਿਹਰਾ। ਪਿਛਲੇ 15 ਸਾਲਾਂ ਤੋਂ ਭੋਰਾ ਨਹੀਂ ਸੀ ਬਦਲਿਆ। ਪਾਲਾ ਸਿੰਘ ਨੇ ਉਹਨੂੰ ਪਤਾ ਨਹੀਂ ਕਿੰਨੇ ਵਾਰੀ ਟੋਕਿਆ ਸੀ, ਭਾਈ ਸਾਹਿਬ ਕੱਪੜਾ ਲੀੜਾ ਧੋਸ ਮਾਰ ਕੇ ਪਾਇਆ ਕਰੋ, ਗੁਰੂ ਘਰ ਦੀ ਕੋਈ ਮਰਿਆਦਾ ਹੁੰਦੀ ਹੈ। ਪਰ ਚੰਗਾ ਜੀ, ਅੱਛਾ ਜੀ ਕਹਿਣ ਤੋਂ ਬਿਨਾਂ ਕਦੇ ਕੁਝ ਨਹੀਂ ਸੀ ਬਦਲਿਆ। ਉਹਦੇ ਮਰਨ ਮਗਰੋਂ ਤਾਂ ਹੁਣ ਟੋਕਣ ਵਾਲਾ ਹੀ ਕੋਈ ਨਹੀਂ ਸੀ ਰਿਹਾ। ਫਿਰ ਬਦਲੂ ਕੀ? ਇਹੋ ਜਿਹੇ ਨਿਮਨ ਕੋਈ ਦੋ ਬੰਦਿਆਂ ਨੂੰ ਰੱਬ ਕਾਹਦੀ ਖਾਤਰ ਸੰਸਾਰ 'ਚ ਭੇਜਦਾ? ਇਹ ਸੋਚਦਿਆਂ ਸ਼ਾਇਦ ਪਰਸੇ ਦੇ ਮੂੰਹ ਸੁੱਤੇ ਹੀ ਕੋਈ ਮੰਦਾ ਚੰਗਾ ਸ਼ਬਦ ਨਿਕਲ ਗਿਆ ਕਿ ਭਾਈ ਜੀ ਉਬੜਵਾਇਆ ਤਰਫ ਗਿਆ, ਹੈਂ ਜੀ ਕੀ ਆਖਿਆ ਜੀ ਮਹਾਰਾਜ? ਕੁਛ ਨਹੀਂ, ਮੈਂ ਤਾਂ ਐਂ ਪੁੱਛਿਆ ਵੀ ਦਿਨ ਕਿਹੜਾ ਚੰਗਾ ਰਹੂ ਪਾਠ ਰਖਾਉਣ ਵਾਸਤੇ। ਦਿਨ ਤਾਂ ਜੀ ਸਾਰੇ ਚੰਗੇ ਆ, ਚੰਗੇ ਕਾਰਜਾਂ ਵਾਸਤੇ ਸਭ ਦਿਨ ਚੰਗੇ ਹੈ ਜੀ। ਸਤ ਬਚਨ ਜੀ। ਪਰਸੇ ਨੇ 3 ਸ਼ਬਦ ਕਹਿ ਕੇ ਗੱਲ ਮੁਕਾ ਦਿੱਤੀ ਤੇ ਬੈਠਕ ਵੱਲ ਤੁਰ ਪਿਆ। ਧੰਨਵਾਦ।